आप लिहो तुम कथा सुधारी। सतनाम श्री वाहिगुरु साहिब जी। दोहरा श्री सतगुर कर ब्याह को लेकर पुत्रन संग, हित अखेर के त्यार होए गमने चढ़े तो रंग। वाहिगुरु जी का खालसा वाहिगुरु जी की फतेह। गुरु की साजी नवाजी साध संगत जी, आप जी गुरु चरणों 'ਚ बैठ के अपने जीवन ਦੀਆਂ कीमती घड़ियां ਨੂੰ ਸਫਲਿਆਂ ਕਰ ਰਹੇ ਹੋ। ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਾ ਇਤਿਹਾਸ, ਜੋ ਲੜੀਵਾਰ ਕਥਾ 10 ਗੁਰੂ ਸਾਹਿਬਾਨ ਜੀ ਦੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੈ। ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा श्री सतगुर कर ब्याह को। ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੁੱਤਰ ਬਾਬਾ ਸੂਰਜਮਲ ਜੀ ਦਾ ਵਿਆਹ ਕਰਨ ਤੋਂ ਬਾਅਦ लेकर पुत्रन संग, ਆਪਣੇ 4 ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ हित अखेर के त्यार होए ਸ਼ਿਕਾਰ ਨੂੰ ਚੜੇ ਹਾਂ। ਤਿਆਰੀ ਕੀਤੀ ਸ਼ਿਕਾਰ ਖੇਡਣ ਦੀ। गमने चढ़े तो रंग। ਮਹਾਰਾਜ ਘੋੜਿਆਂ ਤੇ ਸਵਾਰ ਹੋ ਕੇ ਆਪਣੇ ਨਾਲ ਸੂਰਬੀਰ ਯੋਧਿਆਂ ਦੀ ਫੌਜ ਲੈ ਕੇ ਬਾਜ, ਸ਼ਿਕਰੇ, ਸ਼ਿਕਾਰੀ, ਕੁੱਤੇ ਆਦਿਕ ਨਾਲ ਲੈ ਕੇ ਚੜੇ ਹਨ। चौपई अल्प सैन लै संग सिधारे, ਔਰ ਨਾਲ ਫੌਜ ਵੀ ਸਤਿਗੁਰਾਂ ਦੇ ਥੋੜੀ ਜੀ ਗਈ ਹੈ। चारों पुत्र हन असवारे, ਚਾਰੇ ਪੁੱਤਰ ਮਹਾਰਾਜ ਆਪਣੇ ਨਾਲ ਲੈ ਗਏ ਘੋੜਿਆਂ ਤੇ ਸਵਾਰ ਕਰਾ ਕੇ। श्री अमृतसर को तब छोर, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਾਲੇ ਪਾਏ ਹਨ। ਅੰਮ੍ਰਿਤਸਰ ਨੂੰ ਪਿੱਛੇ ਛੱਡ ਕੇ गमने प्रभु गिरन की ओर। ਮਹਾਰਾਜ ਪਹਾੜ ਵਾਲੇ ਪਾਸੇ ਨੂੰ ਗਏ। ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹਾੜ ਵਾਲਾ ਪਾਸਾ ਹੈ, ਸ੍ਰੀ ਗੁਰਦਾਸਪੁਰ ਦਾ ਜਾਂ ਪਠਾਨਕੋਟ ਦਾ ਇਲਾਕਾ ਹੈ, ਉੱਪਰ ਫਿਰ ਜੰਮੂ ਕਸ਼ਮੀਰ ਦਾ ਇਲਾਕਾ ਹੈ। ਇਹ ਜਿਹੜਾ ਇਲਾਕਾ ਉਹਦੀ ਤਰਾਈ ਵਿੱਚ ਗੁਰੂ ਸਾਹਿਬ ਜੀ ਚਰਨ ਪਾਉਣ ਵਾਸਤੇ ਗਏ ਹਨ। मन पावत सो करत अखेरा, ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਜੀ ਕਰਦਾ ਹੈ ਉੱਥੇ ਹੀ ਪੜਾਅ ਕਰ ਲੈਂਦੇ ਤੇ ਸ਼ਿਕਾਰ ਖੇਡਦੇ ਹਨ। निशा परी कर बाहर डेरा, ਰਾਤ ਪਿਆਂ ਬਾਹਰ ਡੇਰਾ ਕਰਦੇ ਹਨ। खान पान कर कैस पताए, ਲੰਗਰ ਪ੍ਰਸ਼ਾਦ ਛਕ ਕੇ ਆਰਾਮ ਕਰਦੇ, ਤੰਬੂ ਲੱਗ ਜਾਂਦੇ, ਛਾਉਣੀ ਪੈ ਜਾਂਦੀ ਹੈ। ਗੁਰੂ ਸਾਹਿਬ ਛਾਉਣੀ ਵਿੱਚ ਆਰਾਮ ਕਰਦੇ ਹਨ। पुत्रन जत जे नर समुदाय, ਸਾਹਿਬਜ਼ਾਦੇ ਵੀ ਔਰ ਨਾਲ ਫੌਜ ਵੀ ਸਾਰੀ ਲੰਗਰ ਪ੍ਰਸ਼ਾਦ ਛਕਦੀ ਹੈ। भई प्रभात जाग कर थिरे, ਅੰਮ੍ਰਿਤ ਵੇਲਾ ਹੋਇਆ। ਸੱਚੇ ਪਾਤਸ਼ਾਹ ਜੀ ਸਵਾ ਪਹਿਰ ਰਾਤ ਰਹਿੰਦੀ ਉੱਠਣਾ, ਇਸ਼ਨਾਨ ਕਰਕੇ ਪਰਮੇਸ਼ਰ ਦੇ ਧਿਆਨ ਵਿੱਚ ਜੁੜ ਜਾਣਾ। साच स्नान समूहन करे, ਸਾਰੇ ਸਿੱਖਾਂ ਨੇ ਵੀ ਸੋਚ ਇਸ਼ਨਾਨ ਕੀਤੇ ਹਨ। ਮਰਿਆਦਾ ਹੈ ਗੁਰੂ ਪੰਥ ਦੀ, ਗੁਰੂ ਸਾਹਿਬ ਜੀ ਦੀ ਚਲਾਈ ਹੋਈ ਅੱਜ ਤੱਕ ਇਸੇ ਤਰ੍ਹਾਂ ਹੀ ਹੈ। ਸਾਧ ਸੰਗਤ ਜੀ ਦਲਾਂ ਪੰਥਾਂ ਵਿੱਚ 1 ਵਜੇ ਅੰਮ੍ਰਿਤ ਵੇਲੇ ਨਗਾਰਾ ਵੱਜਦਾ, ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਜਾਂਦਾ। ਸ਼ਬਦ ਜਾਰੇ ਸ੍ਰੀ ਸੁਖਮਨੀ ਸਾਹਿਬ, ਫਿਰ ਜਾਪ ਸਾਹਿਬ, ਸ੍ਰੀ ਅਕਾਲ ਉਸਤਤ ਚੰਡੀ ਦੀ ਵਾਰ। ਅੱਜ ਵੀ ਇਹ ਮਰਜ਼ਾਦਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਤੇ ਕਥਾ। ਸਤਿਗੁਰੂ ਸਾਹਿਬ ਜੀ ਮਹਾਰਾਜ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਧਿਆਨ ਵਿੱਚ ਅੰਤਰਮੁਖੀ ਬਿਰਤੀ ਕਰਕੇ, ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਭਾਵਨ ਸੁਨਮ ਸੁਨੰਗ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨ ਪੁੰਨੰ। ਜਿਹੜੀ ਅਫੁਰ ਅਵਸਥਾ ਹੈ, ਨਿਰਵਿਕਲਪ ਸਮਾਧੀ ਹੈ, ਉਹਦੇ ਵਿੱਚ ਮਹਾਰਾਜ ਧਿਆਨ ਲਾ ਕੇ ਬੈਠਦੇ ਹਨ। देश मनोहर पर्वत काछे, ਔਰ ਸਾਧ ਸੰਗਤ ਜੀ ਪਹਾੜ ਦਾ ਇਲਾਕਾ ਬੜਾ ਸੋਹਣਾ ਹੈ। ਪਹਾੜ ਦੀ ਤਰਾਈ ਵਿੱਚ ਸੱਚੇ ਪਾਤਸ਼ਾਹ ਰੋਜ਼ ਸ਼ਿਕਾਰ ਖੇਡਦੇ, ਸਾਰਾ ਦਿਨ ਉੱਥੇ ਪਹਾੜਾਂ ਵਿੱਚ ਵਿਚਰਦੇ ਹਨ ਤੇ ਰਾਤ ਨੂੰ ਪਾਤਸ਼ਾਹ ਜਿੱਥੇ ਛਾਉਣੀ ਪਾ ਕੇ ਬੈਠਦੇ ਹਨ। ਅੱਜ ਕੱਲ੍ਹ ਉਹਨਾਂ ਥਾਵਾਂ 'ਤੇ ਗੁਰਦੁਆਰੇ ਪ੍ਰਗਟ ਹੋ ਚੁੱਕੇ ਹਨ ਤੇ ਕਈਆਂ ਥਾਵਾਂ 'ਤੇ ਅਜੇ ਹੋਣੇ ਹਨ, ਕਿਉਂਕਿ ਜਿੱਥੇ ਸਤਿਗੁਰੂ ਸਾਹਿਬ ਜੀ ਦੇ ਚਰਨ ਪਏ ਨਾ, ਉਹ ਧਰਤੀ ਆਪ ਹੀ ਬੋਲ ਪੈਂਦੀ ਹੈ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਤੇ ਗੁਰੂ ਕੇ ਸਿੱਖ ਉਹਨਾਂ ਸਥਾਨਾਂ ਦੀ ਸੇਵਾ ਕਰਦੇ ਹਨ।
ਇਸ ਤਰ੍ਹਾਂ ਮਨੋਹਰ ਸੋਹਣਾ ਪਵਿੱਤਰ ਪਹਾੜ ਦਾ ਦੇਸ਼ 6ਵੇਂ ਪਾਤਸ਼ਾਹ ਦੇ ਚਰਨਾਂ ਨਾਲ ਪਵਿੱਤਰ ਹੋ ਰਿਹਾ ਹੈ। ਤਿਸੇ ਨਿਹਾਰਨ ਸਤਿਗੁਰ ਬਾਂਝੇ। ਮਹਾਰਾਜ ਜੀ ਉਸ ਇਲਾਕੇ ਵਿੱਚ ਵਿਚਰਦੇ, ਦੇਸ਼ ਦੇ ਵਿੱਚ ਤੇ ਸਿੱਖੀ ਦਾ ਪ੍ਰਚਾਰ ਵੀ ਨਾਲ ਹੁੰਦਾ, ਕਿਉਂਕਿ ਮਹਾਰਾਜ ਜਿੱਥੇ ਆਉਂਦੇ ਨੇ ਦਰਸ਼ਨ ਕਰਕੇ ਹੀ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਜਾਈਦਾ। ਹਾਂਜੀ, ਸੁਨਿਓ ਪ੍ਰਥਮ ਹੀ ਤਿਸ ਦਿਸ਼ ਮਾਹੀ। ਉਸ ਇਲਾਕੇ ਵਿੱਚ ਬਾਬਾ ਜੀ ਸ੍ਰੀ ਚੰਦ ਜੀ ਰਹਿੰਦੇ ਸਨ। ਇਸ ਗੱਲ ਦਾ ਪਹਿਲਾਂ ਹੀ ਗੁਰੂ ਸਾਹਿਬ ਨੂੰ ਪਤਾ ਸੀ ਸ਼੍ਰੀ ਨਾਨਕ ਨੰਦਨ ਰਹਿਤਾਹੀ। ਕਿ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਮਹਾਂਪੁਰਸ਼ ਇਹਨਾਂ ਪਹਾੜਾਂ ਵਿੱਚ ਬਹੁਤ ਸਮਾਂ ਤਪ ਕੀਤਾ ਹੈ। ਜਿਵੇਂ ਬਾਠ ਸਾਹਿਬ ਗੁਰਦੁਆਰਾ ਹੈ, ਇਸੇ ਤਰ੍ਹਾਂ ਹੋਰ ਬੜੇ ਅਸਥਾਨ ਬਾਬਾ ਜੀ ਦੇ ਹਨ ਪਹਾੜਾਂ ਦੇ ਵਿੱਚ। ਸ੍ਰੀ ਚੰਦ ਜਿਨ ਬੈਸ ਬਿਲੰਦੰ। ਧੰਨ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੀ ਉਮਰ ਲਗਭਗ 150 ਸਾਲ ਦੇ ਹੋਈ। ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਨ। 1495 ਚ ਅਵਤਾਰ ਧਾਰਿਆ। ਮਹਾਰਾਜ ਦੇ ਗ੍ਰਹਿ ਵਿਖੇ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਮਾਤਾ ਸੁਲੱਖਣੀ ਦੇਵੀ ਜੀ ਦੇ ਉਦਰ ਤੋਂ, ਤੇ ਫਿਰ ਬਾਲ ਜਤੀ ਰਹੇ ਹਨ। ਬਾਲ ਜਤੀ ਤੋਂ ਭਾਵ ਸਾਰੀ ਉਮਰ ਮਨ ਦੇ ਵਿੱਚ ਕੋਈ ਵਿਕਾਰ, ਕੋਈ ਫੁਰਨਾ, ਸੰਸਾਰ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਪੈਦਾ ਹੀ ਨਹੀਂ ਹੋਇਆ। ਇਹੋ ਜਿਹੀ ਮਹਾਂਪੁਰਸ਼ਾਂ ਦੀ ਧੰਨ ਬਾਬਾ ਸ੍ਰੀ ਚੰਦ ਜੀ ਦੀ ਬਿਰਤੀ ਹੋਈ ਹੈ। ਜੋਗ ਬ੍ਰਿਤੀ ਕੋ ਲੇਤ ਆਨੰਦੰ। ਬਿਰਤੀ ਜੁੜੀ ਹੋਈ ਹੈ ਅਕਾਲ ਪੁਰਖ ਦੇ ਸਰੂਪ ਵਿੱਚ, ਆਨੰਦ ਲੈਂਦੇ ਹਨ। ਅਠੇ ਪੈਰ ਇੱਕ ਤੈ ਲਿਵੈ, ਮਨੇਨ ਹੁਕਮ ਅਪਾਰ। ਅਠੇ ਪੈਰ ਇੱਕੋ ਹੀ ਲਿਵ ਲੱਗੀ ਰਹਿੰਦੀ ਨਿਰੰਕਾਰ ਦੀ, ਪਰਮੇਸ਼ਰ ਜੀ ਦੀ। ਸ਼੍ਰੀ ਹਰਿ ਗੋਬਿੰਦ ਚਾਹਿਓ ਨਿਹਾਰੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੋਚਿਆ ਵੀ ਬਾਬਾ ਜੀ ਇਸ ਇਲਾਕੇ 'ਚ ਬੈਠੇ ਨੇ, ਤੇ ਨਾਲੇ ਆਪਣੇ ਸਾਹਿਬਜ਼ਾਦਿਆਂ ਨੂੰ ਵੀ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਾਈਏ, ਤੇ ਆਪ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ, ਤੇ ਮਹਾਂਪੁਰਸ਼ਾਂ ਨੂੰ ਦਰਸ਼ਨ ਦੇਈਏ। ਕਿਉਂਕਿ ਸਾਧ ਸੰਗਤ ਜੀ, ਸਾਧੂ ਦੇ ਦਰਸ਼ਨਾਂ ਦਾ ਜਿੰਨਾ ਪੁੰਨ ਹੈ ਨਾ, ਇੰਨਾ ਕਿਸੇ ਤੀਰਥ ਦੀ ਯਾਤਰਾ ਦਾ ਵੀ ਪੁੰਨ ਨਹੀਂ, ਕਿਸੇ ਵੀ ਕਰਮ ਦਾ ਇੰਨਾ ਪੁੰਨ ਨਹੀਂ ਜਿੰਨਾ ਸਾਧੂ ਦੇ ਦਰਸ਼ਨਾਂ ਦਾ ਪੁੰਨ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਹੋਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪਣੇ ਮਨ ਦੀ ਸਾਧਨਾ ਕੀਤੀ ਹੈ, ਉਹਨਾਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਉਹਨਾਂ ਦੇ ਦਰਸ਼ਨ ਕਰਕੇ ਕਰੋੜਾਂ ਹੀ ਤੀਰਥਾਂ ਦਾ ਪੁੰਨ ਮਿਲ ਜਾਂਦਾ ਹੈ। ਗਮਨੈ ਤਿਸ ਹੀ ਦੇਸ਼ ਬਿਹਾਰੈ। ਮਹਾਰਾਜ ਸੋਚਦੇ ਨਾਲੇ ਉਹਨਾਂ ਇਲਾਕਿਆਂ 'ਚ ਸ਼ਿਕਾਰ ਖੇਡਾਂਗੇ, ਵਿਚਰਾਂਗੇ, ਨਾਲੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਦਰਸ਼ਨ ਕਰਾਂਗੇ। ਇਮ ਚਿਤ ਧਾਰਤ ਗਿਰਾ ਉਚਾਰੀ। ਇਸ ਤਰ੍ਹਾਂ ਵਿਚਾਰ ਕਰਕੇ 6ਵੇਂ ਪਾਤਸ਼ਾਹ ਜੀ ਮਹਾਰਾਜ ਨੇ ਹੁਕਮ ਲਾਇਆ, ਤੂਰਨ ਤਿਆਰੀ ਕਰ ਅਸਵਾਰੀ। ਤਿਆਰੀ ਕਰ ਲਈ, ਛੇਤੀ ਨਾਲ ਉਧਰ ਨੂੰ ਮੂੰਹ ਕਰ ਲਿਆ ਜਿੱਧਰ ਬਾਬਾ ਜੀ ਦਾ ਸਥਾਨ ਹੈ। ਸੁਨਤ ਹੁਕਮ ਕੋ ਸਕਲ ਸੰਭਾਲੇ। ਸਾਰੀ ਫੌਜ ਵੀ ਉਧਰ ਹੀ ਤੁਰ ਪਈ ਨਾਲ। ਸਾਰਿਆਂ ਨੇ ਆਪਣੇ ਆਪਣੇ ਘੋੜਿਆਂ ਦੀਆਂ ਵਾਗਾਂ ਮੋੜ ਲਈਆਂ। ਮੀਰ ਸ਼ਿਕਾਰੀ ਵੀ ਆਪਣਾ ਸਾਜੋ ਸਮਾਨ ਨਾਲ ਲੈ ਕੇ ਉਧਰ ਨੂੰ ਤੁਰ ਪਏ ਹਨ। ਜੀਨਤ ਰੰਗਨ ਤਤ ਛਿਨ ਡਾਲੇ। ਤਤਕਾਲ ਉਸੇ ਵੇਲੇ ਘੋੜਿਆਂ ਤੇ ਕਾਠੀਆਂ ਪਾਈਆਂ ਸਾਰੇ ਯੋਧੇ ਮਹਾਰਾਜ ਦੀ ਫੌਜ ਦੇ, ਬਾਬਾ ਬਿਧੀ ਚੰਦ ਜੀ, ਬਾਬਾ ਜੇਠਾ ਜੀ ਵਰਗੇ ਸੂਰਮੇ ਸਾਰੇ ਸੋਚਦੇ ਵੀ ਚਲੋ ਮਹਾਂਪੁਰਸ਼ ਬ੍ਰਹਮ ਗਿਆਨੀ ਦੇ ਦਰਸ਼ਨ ਕਰੀਏ। ਖਾਨ ਪਾਨ ਕਰ ਹੈ ਨ ਅਰੋਹੇ। ਲੰਗਰ ਪ੍ਰਸ਼ਾਦਾ ਛਕ ਕੇ ਘੋੜਿਆਂ ਤੇ ਸਵਾਰ ਹੋ ਗਏ ਨੇ। ਸੈਨ ਸਹਿਤ ਸੁਤ ਚਾਰੋਂ ਸੋਹੇ। ਮਹਾਰਾਜ ਆਪਣੀ ਫੌਜ ਸਮੇਤ ਤੇ ਚਾਰੇ ਹੀ ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਅਟਲ ਰਾਏ, ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਬਾਬਾ ਅਟਲ ਰਾਏ ਜੀ ਸੱਚਖੰਡ ਗਮਨ ਕਰ ਗਏ ਸਨ, ਚੌਥੀ ਜਗ੍ਹਾ ਤੇ ਉਹ ਸਨ, ਪਰ ਹੁਣ ਚੌਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਇਸ ਕਰਕੇ ਚਾਰੇ ਪੁੱਤਰ ਜਾ ਰਹੇ ਨਾਲ। ਪਰਬਤ ਕੀ ਕਾਛਰ ਕਹ ਗਏ। ਪਹਾੜ ਦੀ ਕਾਛਰ ਵੱਲ ਗਏ ਹਨ। ਕਿਤਕ ਅਖੇਰਨ ਖੇਲਤ ਭਏ। ਰਸਤੇ ਸ਼ਿਕਾਰ ਵੀ ਖੇਡਿਆ ਹੈ। ਬਹਰ ਜਹਾਂ ਸ਼੍ਰੀ ਨਾਨਕ ਨੰਦ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬੈਠੇ ਹਨ, ਪਹੁੰਚੇ ਤਹ ਸ਼੍ਰੀ ਹਰਿ ਗੋਬਿੰਦ। ਉਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾ ਪਹੁੰਚੇ ਹਨ। ਉਤਰ ਤਰੰਗ ਤੇ ਲੈ ਸਤਚਾਰੀ। ਦੂਰੋਂ ਹੀ ਮਹਾਰਾਜ ਘੋੜੇ ਤੋਂ ਉਤਰੇ ਹਨ, ਕਿਉਂਕਿ ਸਾਧੂ ਮਹਾਂਪੁਰਸ਼ਾਂ ਕੋਲ ਜਾਣ ਦੀ ਇਹੀ ਮਰਿਆਦਾ ਹੈ।
ਨਿਮਰਤਾ ਨਾਲ ਜਾਣਾ ਔਰ ਪਿਆਰ ਨਾਲ ਜਾਣਾ। ਇਹ ਜਾਚ ਸਾਨੂੰ ਸਿਖਾ ਰਹੇ ਮਹਾਰਾਜ। ਆਪ ਪਰਮੇਸ਼ਰ ਰੂਪ ਹੋ ਕੇ ਵੀ ਨਾ ਪਰਮੇਸ਼ਰ ਆਪਣੇ ਭਗਤਾਂ ਦੀ ਵਡਿਆਈ ਕਰਾਉਂਦਾ ਹੈ। ਇਹ ਗੁਰਬਾਣੀ 'ਚ ਬਚਨ ਹੈ, ਮਹਾਰਾਜ ਦਾ ਬਚਨ ਹੈ, ਦਾਸ ਅਨਿਨ ਮੇਰੋ ਨਿਜ ਰੂਪ। ਮਹਾਰਾਜ ਕਹਿੰਦੇ ਜਿਹੜਾ ਮੇਰਾ ਆਨੰਦ ਸੇਵਕ ਹੈ ਨਾ, ਉਹ ਮੇਰਾ ਹੀ ਰੂਪ ਹੈ। ਤੇ ਹਉ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਪਰਮੇਸ਼ਰ ਦਾ ਬਚਨ ਹੈ, ਅਕਾਲ ਪੁਰਖ ਦੀ ਬਾਣੀ, ਧੁਰ ਕੀ ਬਾਣੀ ਕਹਿ ਰਹੀ ਹੈ। ਧੁਰ ਤੋਂ ਆਏ ਹੋਏ ਪਰਮੇਸ਼ਰ ਦੇ ਬਚਨ ਹਨ ਇਹ। ਮਹਾਰਾਜ ਕਹਿੰਦੇ, ਅਕਾਲ ਪੁਰਖ ਜੀ ਫਰਮਾਉਂਦੇ ਬਈ ਜਿਹੜਾ ਮੇਰਾ ਸੇਵਕ ਹੈ ਨਾ, ਮੈਂ ਤਾਂ ਸਾਰਿਆਂ ਦੀ ਜ਼ਿੰਦਗੀ ਹਾਂ, ਮੇਰਾ ਸੇਵਕ ਮੇਰੀ ਜ਼ਿੰਦਗੀ ਹੈ, ਮੇਰੀ ਜੀਵਨ ਮੇਰੇ ਦਾਸ। ਉਹਨਾਂ ਦਾ ਸਤਿਕਾਰ ਕਿਵੇਂ ਕਰਨਾ, ਇਹ ਸਾਨੂੰ ਜਾਚ ਸਿਖਾਉਣ ਲਈ ਛੇਵੇਂ ਪਾਤਸ਼ਾਹ ਪੈਦਲ ਚੱਲ ਕੇ ਗਏ ਨੇ ਬਾਬਾ ਜੀ ਦੇ ਨੇੜੇ, ਚਾਰਾਂ ਪੁੱਤਰਾਂ ਨੂੰ ਲੈ ਕੇ। ਸ੍ਰੀ ਚੰਦ ਦਰਸੇ ਤਪ ਧਾਰੀ। ਮਹਾਂ ਤਪਸਵੀ ਬਾਬਾ ਸ੍ਰੀ ਚੰਦ ਜੀ ਧੂਣੇ ਤੇ ਬੈਠੇ, ਸਮਾਧੀ ਲੱਗੀ ਹੋਈ ਹੈ। ਇੱਕ ਓੰਕਾਰ ਸਰੂਪ ਦਾ ਧਿਆਨ ਹੈ, ਬਾਕੀ ਸਭੇ ਗੱਲਾਂ ਵਿਸਰ ਗਈਆਂ ਹਨ। ਸਭੇ ਗੱਲਾਂ ਵਿਸਰਨ, ਇੱਕਾ ਵਿਸਰ ਨਾ ਜਾਓ। ਮਹਾਨ ਤਪਸਵੀ ਚੌਂਕੜਾ ਲਾ ਕੇ ਆਪਣੇ ਆਸਣ ਤੇ ਬੈਠੇ ਤਪ ਕਰ ਰਹੇ ਹਨ। ਛੇਵੇਂ ਪਾਤਸ਼ਾਹ ਨੇ ਜਾ ਕੇ ਦਰਸ਼ਨ ਕੀਤੇ ਹਨ। ਚਰਨ ਕਮਲ ਪਰ ਬੰਧਨ ਕੀਨ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਪੁਨ ਕਰ ਜੋਰ ਸਮੁਖ ਆਸੀਨ। ਤੇ ਹੱਥ ਜੋੜ ਕੇ ਸਾਹਮਣੇ ਬੈਠ ਗਏ ਨੇ ਤੇ ਆਪਣੇ ਚਾਰਾਂ ਪੁੱਤਰਾਂ ਨੂੰ ਵੀ ਕਿਹਾ ਵੀ ਕਿ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕਰੋ। ਪਰਮ ਬ੍ਰਿਧ ਜੋਗੇਸ਼ਰ ਹੇਰਾ। ਮਹਾ ਜੋਗੇਸ਼ਵਰ ਜੁੜੇ ਹੋਏ ਪਰਮੇਸ਼ਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਹਨ। ਸ੍ਰੀ ਬਾਬੇ ਸਤ ਕਹਿਤ ਸਬੇਰਾ। ਉਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਦੇ ਬਾਬੇ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਬੋਲੇ ਹਨ। ਕਹ ਪੁਰਖਾ ਕੇਤ ਕਹਿ ਆਨੰਦ। ਅੱਖਾਂ ਖੋਲੀਆਂ ਹਨ, ਸਾਹਮਣੇ ਮੀਰੀ ਪੀਰੀ ਦੇ ਮਾਲਕ ਬੈਠੇ ਹੋਏ ਹਨ। ਉਹੀ ਬਚਨ ਜੋ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀ, ਪੁਰਖਾ। ਇਹ ਪੁਰਖਾ ਸ਼ਬਦ ਕੋਈ ਆਮ ਨਹੀਂ ਗਾ। ਪੁਰਖ ਨਾਮ ਪਰਮੇਸ਼ਰ ਦਾ ਹੈ, ਜੋ ਘਟ ਘਟ 'ਚ ਪੂਰਿਆ ਹੋਇਆ। ਪੁਰ ਦੇ ਵਿੱਚ ਆਕਾਸ਼ ਦੀ ਤਰ੍ਹਾਂ ਜੋ ਵਿਆਪਕ ਹੋਵੇ, ਉਸ ਨੂੰ ਪੁਰਖ ਕਹਿੰਦੇ ਨੇ। ਅਕਾਲ ਪੁਰਖ ਆਪਾਂ ਕਹਿੰਦੇ ਨਾ, ਅਕਾਲ ਪੁਰਖ ਦਾ ਮਤਲਬ ਹੈ ਜੋ ਪੁਰਖ ਪੁਰ ਦੇ ਵਿੱਚ, ਜਿਵੇਂ ਆਕਾਸ਼ ਹਰ ਜਗ੍ਹਾ ਤੇ ਹੈ। ਕਿਸੇ ਸ਼ਹਿਰ, ਕਿਸੇ ਪਿੰਡ, ਕਿਸੇ ਬਸਤੀ ਚਲੇ ਜੋ, ਆਕਾਸ਼ ਤਾਂ ਉੱਥੇ ਹੈ। ਇੱਦਾਂ ਜਿਹੜਾ ਹਰ ਜਗ੍ਹਾ ਤੇ ਬੈਠਾ ਹੋਇਆ ਉਹਨੂੰ ਪੁਰਖ ਕਹਿੰਦੇ ਹਨ, ਉਹ ਪਰਮੇਸ਼ਰ ਹੈ। ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਜਿਸ ਬ੍ਰਹਮ ਗਿਆਨੀ ਨੇ ਉਸ ਨੂੰ ਪਾ ਲਿਆ, ਉਹਦੇ ਵਿੱਚ ਭੇਦ ਹੋ ਗਿਆ, ਉਹਨੂੰ ਪੁਰਖ ਕਹਿੰਦੇ ਨੇ, ਮਹਾਂਪੁਰਖ। ਤਾਂ ਬਾਬਾ ਸ੍ਰੀ ਚੰਦ ਜੀ ਬੋਲੇ, ਪੁਰਖਾ ਕਹੋ ਦੱਸ ਕੀ ਹਾਲ ਚਾਲ ਹੈ। ਤਬ ਬੋਲੇ ਸ਼੍ਰੀ ਹਰਗੋਬਿੰਦ। ਤਾਂ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਹੱਥ ਜੋੜ ਕੇ ਬੇਨਤੀ ਕੀਤੀ, ਪੰਜ ਫਤੇ ਇੱਕ ਭਾ ਪਰਲੋਕ ਹੈ। ਬਾਬਾ ਸ੍ਰੀ ਚੰਦ ਜੀ ਪੁੱਛਦੇ, ਪੁਰਖਾ ਕਿੰਨੇ ਪੁੱਤਰ ਨੇ? ਤੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ, ਜੀ ਆਪ ਜੀ ਦੀ ਕਿਰਪਾ ਨਾਲ 5 ਪੁੱਤਰ ਹੋਏ ਸਨ। ਇੱਕ ਪਰਲੋਕ ਸਾਡਾ ਪੁੱਤਰ ਪਰਲੋਕ ਗਮਨ ਕਰ ਗਿਆ, ਬਾਬਾ ਅਟਲ ਰਾਏ ਅਕਾਲ ਚਲਾਣਾ ਕਰ ਗਿਆ ਹੈ। ਛਤਰ ਆਪ ਕੋ ਦਰਸ ਬਿਲੋਕ ਹੈ। ਇਹ 4 ਸਾਹਿਬਜ਼ਾਦੇ ਹੁਣ ਆਪ ਜੀ ਦੇ ਸਾਹਮਣੇ ਤੁਹਾਡੇ ਦਰਸ਼ਨ ਕਰ ਰਹੇ ਹਨ। ਕਹਿਓ ਸ਼੍ਰੀ ਚੰਦ ਇੱਕ ਹਮ ਦੋਹੇ। ਹਾਂ, ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪੁਰਖਾ ਸਾਨੂੰ ਕਿਹੜਾ ਦੇਣਾ ਹੈ? ਇਹਨਾਂ 4 ਚੋਂ ਇੱਕ ਸਾਨੂੰ ਦੇ ਦਿਓ, ਅਪਰ ਆਪਨੇ ਸੰਗ ਰੱਖੇ, ਬਾਕੀ ਆਪਣੇ ਕੋਲ ਰੱਖੋ। ਸਾਨੂੰ ਇੱਕ ਪੁੱਤਰ ਦੇ ਦਿਓ ਜਿਹੜਾ ਤੁਹਾਨੂੰ ਚੰਗਾ ਲੱਗੇ। ਸੁਣ ਕਰ ਗੁਰ ਸ਼੍ਰੀ ਹਰਗੋਬਿੰਦ। ਇਹ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੜ ਸਤ ਅਰਪਿਓ ਤਬ ਸ਼੍ਰੀ ਚੰਦ। ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਦੇ ਚਰਨਾਂ 'ਚ ਅਰਪਣ ਕਰ ਦਿੱਤਾ। ਕਹਿਣ ਲੱਗੇ, ਬਾਬਾ ਜੀ ਹੈ ਤਾਂ ਇਹ 4 ਹੀ ਤੁਹਾਡੇ ਨੇ, ਤੇ ਤੁਸੀਂ ਪਸੰਦ ਕਰ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ। ਤੇ ਬਾਬਾ ਸ੍ਰੀ ਚੰਦ ਜੀ ਇਹ ਬਚਨ ਕੀਤੇ ਸੀ ਕਿ ਆ ਜਿਹੜੇ ਵੱਡੇ ਹਨ ਇਹਨਾਂ ਦਾ ਕੀ ਨਾਮ ਹੈ?
ਤੇ ਛੇਵੇਂ ਪਾਤਸ਼ਾਹ ਕਹਿੰਦੇ ਜੀ ਇਹਨਾਂ ਦਾ ਨਾਮ ਗੁਰਦਿੱਤਾ ਜੀ ਹੈ। ਇਹ ਸਤਿਗੁਰਾਂ ਨੇ ਦਿੱਤੇ, ਗੁਰ ਦਿੱਤਾ, ਗੁਰੂ ਦਾ ਦਿੱਤਾ ਹੋਇਆ ਪੁੱਤਰ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਇਹ ਹੀ ਸਾਨੂੰ ਦੇ ਦਿਓ। ਇਹਨਾਂ ਦੀ ਨੁਹਾਰ, ਇਹਨਾਂ ਦੀ ਸ਼ਕਲ ਸਾਡੇ ਪਿਤਾ ਗੁਰਦੇਵ ਮਹਾਰਾਜ ਪਹਿਲੇ ਪਾਤਸ਼ਾਹ ਦੇ ਚਿਹਰੇ ਮੋਹਰੇ ਨਾਲ ਮਿਲਦੀ ਜੁਲਦੀ ਹੈ। ਇਸੇ ਕਰਕੇ ਸਾਧ ਸੰਗਤ ਜੀ, ਇੱਕ ਤਾਂ ਮਹਾਰਾਜ ਦੇ ਨਾਲ ਸ਼ਕਲ ਮਿਲਦੀ ਸੀ ਗੁਰੂ ਨਾਨਕ ਦੇਵ ਜੀ ਨਾਲ, ਤੇ ਦੂਜਾ ਸੰਯੋਗ ਇਹ ਵੀ ਸੀ ਕਿ ਬਾਬਾ ਗੁਰਦਿੱਤਾ ਜੀ ਵੀ ਬਟਾਲੇ ਹੀ ਬਰਾਤ ਲੈ ਕੇ ਗਏ ਹੈ। ਗੁਰੂ ਨਾਨਕ ਸਾਹਿਬ ਦਾ ਵਿਆਹ ਵੀ ਬਟਾਲੇ 'ਚ ਹੋਇਆ ਤੇ ਬਾਬਾ ਗੁਰਦਿੱਤਾ ਜੀ ਦਾ ਵਿਆਹ ਵੀ ਬਟਾਲੇ ਵਿੱਚ ਹੀ ਹੋਇਆ। ਤੇ ਬਹੁਤ ਸਾਰੇ ਕਾਰਨਾਂ ਕਰਕੇ ਸੰਗਤਾਂ ਸ਼ਰਧਾ ਰੱਖਦੀਆਂ ਵੀ ਇਹ ਬਾਬੇ ਦਾ ਹੀ ਸੀ, ਬਾਬਾ ਗੁਰਦਿੱਤਾ ਗੁਰੂ ਨਾਨਕ ਦਾ ਹੀ ਦਿੱਤਾ ਹੋਇਆ। ਹਾਂਜੀ, ਸ਼ਸਤਰ ਬਸਤਰ ਪਹਿਰਾਏ ਨਵੀਨ। ਬਾਬਾ ਗੁਰਦਿੱਤਾ ਜੀ ਨੂੰ ਸੋਹਣੇ ਬਸਤਰ ਸ਼ਸਤਰ ਪਵਾ ਕੇ ਛੇਵੇਂ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਦੇ ਚਰਨਾਂ 'ਚ ਹਾਜ਼ਰ ਕਰ ਦਿੱਤਾ। ਟਿੱਗ ਬਿਠਾਏ ਕਰ ਬੰਧਨ ਕੀਨ। ਕੋਲ ਬਿਠਾ ਕੇ ਆਖਿਆ ਪੁੱਤਰ ਮੱਥਾ ਟੇਕੋ ਚਰਨਾਂ ਵਿੱਚ। ਤੇ ਬਾਬਾ ਸ੍ਰੀ ਚੰਦ ਜੀ ਨੇ ਮਹਾਰਾਜ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ 'ਚ ਬਾਬਾ ਗੁਰਦਿੱਤਾ ਜੀ ਨੇ ਸਿਰ ਧਰ ਦਿੱਤਾ, ਮੱਥਾ ਟੇਕਿਆ ਤੇ ਬਾਬਾ ਸ੍ਰੀ ਚੰਦ ਜੀ ਨੇ ਸਿਰ ਤੇ ਹੱਥ ਰੱਖਿਆ ਹੈ। ਸ੍ਰੀ ਨਾਨਕ ਸਤ ਭਇਓ ਪ੍ਰਸੰਨ। ਬਾਬਾ ਸ੍ਰੀ ਚੰਦ ਜੀ ਬਹੁਤ ਪ੍ਰਸੰਨ, ਖੁਸ਼ ਹੋਏ ਹਨ। ਤਰਹੁ ਨਮਰਤਾ ਯਾ ਤੇ ਧਨ। ਤੇ ਬੋਲੇ ਹਨ, ਕਹਿਣ ਲੱਗੇ ਪੁਰਖਾ ਤੁਸੀਂ ਧਨ ਹੋ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਜੀ ਤੁਸੀਂ ਧਨ ਹੋ, ਤੁਹਾਡੇ 'ਚ ਨਿਮਰਤਾ ਹੈ। ਨਿਮਰਤਾ ਕਰਕੇ ਤੇ ਗੱਦੀ ਲੈ ਗਏ ਤੁਸੀਂ। ਸਾਡੇ 'ਚ ਇੰਨੀ ਨਿਮਰਤਾ ਨਹੀਂ ਸੀ, ਅਸੀਂ ਆਪਣੇ ਪਿਤਾ ਦੀ ਗੱਦੀ ਨਹੀਂ ਲੈ ਸਕੇ। ਹੋਰ ਬਖਸ਼ਿਸ਼ਾਂ ਮਹਾਰਾਜ ਗੁਰੂ ਨਾਨਕ ਸਾਹਿਬ ਸਾਨੂੰ ਬੜੀਆਂ ਦਿੱਤੀਆਂ। ਆਪਣੇ ਸਰੀਰ ਵਿੱਚੋਂ ਸਾਨੂੰ ਪੈਦਾ ਕੀਤਾ ਮਹਾਰਾਜ ਪਰਮੇਸ਼ਰ ਨੇ, ਫਿਰ ਵੀ ਅਸੀਂ ਉਹਨਾਂ ਦੀ ਪੂਰੀ ਖੁਸ਼ੀ ਨਹੀਂ ਲੈ ਸਕੇ। ਤੁਸੀਂ ਨਿਮਰਤਾ ਕਰਕੇ ਏਡੇ ਵੱਡੇ ਹੋ ਗਏ ਹੋ। ਧੰਨੋ ਮਹਾਰਾਜ ਛੇਵੇਂ ਪਾਤਸ਼ਾਹ ਜੀ, ਧੰਨੋ ਤੁਸੀਂ। ਸਭ ਕਿਛ ਲੀਨੋ ਪੂਰਬ ਤੁਮੈ। ਪਹਿਲਾਂ ਹੀ ਤੁਸੀਂ ਸਾਰਾ ਕੁਝ ਲੈ ਗਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੁਹਾਡੇ ਕੋਲ ਹੈ। ਟੋਪੀ ਰਹੀ ਹੋਤੀ ਇਹੋ ਸਮੈ। ਸਾਡੇ ਕੋਲ ਇੱਕ ਟੋਪੀ ਰਹਿ ਗਈ ਸੀ, ਇਹ ਸੇਲੀ ਟੋਪੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਨਿਸ਼ਾਨੀ ਸਾਡੇ ਕੋਲ ਹੈ। ਸੋਪ ਲਈ ਤੁਮ ਜੁਤ ਵਡਿਆਈ। ਲਓ ਅੱਜ ਤੁਹਾਨੂੰ ਇਹ ਵੀ ਦਿੱਤੀ, ਤੁਸੀਂ ਇਹ ਵੀ ਲੈ ਲਈ ਹੈ ਵਡਿਆਈ ਸਮੇਤ। ਇਹ ਵੀ ਤੁਹਾਨੂੰ ਦੇਤੀ, ਸਾਰੀਆਂ ਸ਼ਕਤੀਆਂ ਗੁਰੂ ਘਰ ਦੀਆਂ ਤੁਹਾਡੇ ਪੁੱਤਰ ਬਾਬੇ ਗੁਰਦਿੱਤੇ ਨੂੰ ਦੇ ਦਿੱਤੀਆਂ ਹਨ। ਤੁਮਰੀ ਕ੍ਰਿਤ ਤਮੈ ਬਨਿਆਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੀ ਨਿਮਰਤਾ ਬਹੁਤ ਮਹਾਨ ਹੈ। ਐਡੇ ਵੱਡੇ ਹੋ ਕੇ ਵੀ ਤੁਸੀਂ ਇੰਨੀ ਨਿਮਰਤਾ ਰੱਖਦੇ ਹੋ, ਇਹ ਪੂਰਨ ਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਜਿੰਨਾ ਨੀਵਾਂ ਕਰ ਲਏ ਓਨਾ ਹੀ ਉੱਚਾ ਹੁੰਦਾ ਹੈ। ਤਾਂ ਤੁਸੀਂ ਨਿਮਰਤਾ ਦੇ ਪੁੰਜ ਹੋ ਮਹਾਰਾਜ, ਇੰਨੇ ਉੱਚੇ ਹੋ ਕੇ ਇੰਨੀ ਨਿਮਰਤਾ ਰੱਖਦੇ ਹੋ। ਇਮ ਕਹਿ ਟੋਪੀ ਸਿਰ ਤੇ ਲੀਨ। ਇਸ ਤਰ੍ਹਾਂ ਕਹਿ ਕੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਆਪਣੇ ਸੀਸ ਤੋਂ ਸੇਲੀ ਟੋਪੀ ਉਤਾਰੀ ਹੈ। ਕਰ ਦਿੱਤੇ ਕੇ ਸਿਰ ਧਰ ਦੀਨ। ਉਹ ਬਾਬਾ ਗੁਰਦਿੱਤਾ ਜੀ ਦੇ ਸੀਸ ਤੇ ਰੱਖ ਦਿੱਤੀ ਹੈ। ਅਪਰ ਪੁੱਤਰ ਗੁਰ ਕੇ ਲਖ ਚਿਤਾ। ਤੇ ਤਿੰਨ ਪੁੱਤਰ ਮਹਾਰਾਜ ਦੇ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਤੇਗ ਬਹਾਦਰ ਜੀ ਦੇਖ ਰਹੇ ਨੇ। ਬਾਬਾ ਸ੍ਰੀ ਚੰਦ ਜੀ ਕਹਿੰਦੇ ਤਿੰਨ ਪੁੱਤਰ ਤੁਹਾਡੇ ਲਿਖ ਲਓ ਚਿੱਤ ਵਿੱਚ। ਭਇਓ ਸੋ ਬਾਬੇ ਕੋ ਗੁਰਦਿੱਤਾ। ਪਰ ਗੁਰਦਿੱਤਾ ਅੱਜ ਤੋਂ ਬਾਬੇ ਦਾ ਹੋ ਗਿਆ। ਭਇਆ ਸੋ ਬਾਬੇ ਕੋ ਗੁਰਦਿੱਤਾ, ਹੁਣ ਗੁਰਦਿੱਤਾ ਬਾਬੇ ਦਾ ਹੈ। ਹਾਂਜੀ, ਇਹੀ ਵਿਸ਼ੇਸ਼ਣ ਸਭ ਜਗ ਲਹਾ। ਇਹੀ ਵਿਸ਼ੇਸ਼ਣ ਹੋਵੇਗਾ ਸਾਰੀ ਦੁਨੀਆ ਦੇ ਵਿੱਚ। ਜਦੋਂ ਵੀ ਬਾਬਾ ਗੁਰਦਿੱਤਾ ਜੀ ਦਾ ਨਾਮ ਆਵੇਗਾ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ, ਇਹ ਬਚਨ ਆਵੇਗਾ। ਇਹ ਵਿਸ਼ੇਸ਼ਣ ਇਹਨਾਂ ਦੇ ਨਾਂ ਨਾਲ ਜੁੜ ਗਿਆ ਹੈ। ਸ਼੍ਰੀ ਬਾਬਾ ਗੁਰਦਿੱਤਾ ਕਹੈ। ਸਾਰੇ ਕਹਿਣਗੇ ਧੰਨ ਬਾਬਾ ਗੁਰਦਿੱਤਾ, ਧੰਨ ਬਾਬਾ ਗੁਰਦਿੱਤਾ। ਸਾਧ ਸੰਗਤ ਜੀ, ਧੰਨ ਬਾਬਾ ਗੁਰਦਿੱਤਾ ਜੀ ਦਾ ਸਥਾਨ ਸ੍ਰੀ ਕੀਰਤਪੁਰ ਸਾਹਿਬ ਪਹਾੜ ਦੀ ਚੋਟੀ ਤੇ ਸੰਗਤਾਂ ਦਰਸ਼ਨ ਕਰਦੀਆਂ ਹਨ। ਨੇੜੇ ਹੀ ਪੀਰ ਬੁੱਢਣ ਸ਼ਾਹ ਜੀ ਦਾ ਸਥਾਨ ਵੀ ਹੈ, ਨਹਿਰ ਤੋਂ ਪਰਲੇ ਪਾਸੇ। ਉਰਲੇ ਪਾਸੇ ਬਾਬਾ ਜੀ ਦਾ, ਬਾਬਾ ਗੁਰਦਿੱਤਾ ਜੀ ਦਾ ਬਹੁਤ ਸੁੰਦਰ ਪੁਰਾਤਨ
ਅਜੇ ਤਾਈਂ ਕੁਝ ਬਿਲਡਿੰਗਾਂ ਜਿਹੜੀਆਂ ਸਾਡੇ ਪੁਰਾਣੇ ਇਤਿਹਾਸ ਦੀਆਂ ਬਚੀਆਂ ਨੇ, ਉਹਨਾਂ ਵਿੱਚੋਂ ਬਾਬਾ ਗੁਰਦਿੱਤਾ ਜੀ ਦਾ ਅਸਥਾਨ ਵੀ ਦੇਖਣ ਯੋਗ ਹੈ। ਹੁਣ ਦਾ ਤਾਂ ਪਤਾ ਨਹੀਂ, 4-5 ਸਾਲ ਪਹਿਲਾਂ ਤਾਂ ਮੌਜੂਦ ਸੀ। ਬਹੁਤ ਹੀ ਸੁੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੇਵਾ ਕਰਾਈ ਸੀ। ਛੋਟੀਆਂ ਇੱਟਾਂ ਦਾ ਬਣਿਆ ਆਲੀਸ਼ਾਨ ਬਾਬਾ ਜੀ ਦਾ ਦਿਉਰਾ ਹੈ। ਹਜ਼ਾਰਾਂ ਸੰਗਤਾਂ ਦੀਆਂ, ਲੱਖਾਂ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਹਨ। ਜੋ ਵਰ ਮੰਗਿਆ ਸੋ ਵਰ ਦਿੱਤਾ। ਜੋ ਵੀ ਕੋਈ ਸੰਗਤਾਂ ਅਰਦਾਸ ਕਰਦੀਆਂ ਬਾਬਾ ਗੁਰਦਿੱਤਾ ਜੀ ਦੇ ਦਰਬਾਰ 'ਚ ਜਾ ਕੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੀਆਂ ਹਨ। ਹਾਂਜੀ, ਨਿਧ ਸਿੱਧ ਤਪ ਬਲ ਤੇ ਭਰੀ। ਬਾਬਾ ਗੁਰਦਿੱਤਾ ਜੀ ਦੇ ਸਿਰ ਤੇ ਟੋਪੀ ਰੱਖ ਦਿੱਤੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ, ਤੇ ਰਿੱਧੀਆਂ ਸਿੱਧੀਆਂ ਨਿਧੀਆਂ ਤਪ ਸ਼ਕਤੀਆਂ ਸਾਰਾ ਕੁਝ ਦੇਤਾ। ਇੰਨੀ ਭਾਰੀ ਕਮਾਈ ਸੀ ਬਾਬਾ ਜੀ ਦੀ। ਬਾਬਾ ਸ੍ਰੀ ਚੰਦ ਜੀ ਕੋਈ ਛੋਟੀ ਹਸਤੀ ਥੋੜਾ ਸਨ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੀਨ ਦੁਨੀਆ ਦੇ ਮਾਲਕ, ਉਹਨਾਂ ਦੇ ਸਾਹਿਬਜ਼ਾਦੇ, ਤਪ ਦੀ ਮੂਰਤੀ, ਤਿਆਗ, ਜਤੀ ਸਤੀ, ਬਚਨ ਕੇ ਬਲੀ, ਤੇ ਗੁਰੂ ਘਰ ਦਾ ਸਿੱਖੀ ਦਾ ਪ੍ਰਚਾਰ ਕਰਨ ਲਈ ਹਜ਼ਾਰਾਂ ਉਦਾਸੀ ਮਹਾਤਮਾ ਸਾਧੂਆਂ ਨੂੰ ਦੇਸਾਂ ਪ੍ਰਦੇਸਾਂ 'ਚ ਭੇਜਿਆ। ਪੂਰੇ ਬਿਰਕਤ ਤਿਆਰ ਬਰ ਤਿਆਰ ਕਰੈਕਟਰ ਦੇ ਜਤੀ ਸਤੀ ਬਲੀ ਮਹਾਂਪੁਰਸ਼ ਸਾਧੂ ਸਨ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾ ਦੇ ਸਾਧੂ। ਬਾਬਾ ਆਲਮਸਤ ਜੀ, ਜਿਨ੍ਹਾਂ ਦਾ ਸਥਾਨ ਨਾਨਕ ਮਤਾ ਸਾਹਿਬ, ਗੁਰੂ ਨਾਨਕ ਦੇਵ ਜੀ ਦਾ ਸਥਾਨ। ਬਾਲੂ ਹਸਨਾ ਜੀ, ਫੂਲ ਸਾਹਿਬ ਜੀ, ਗੋਂਦਾ ਸਾਹਿਬ ਜੀ, ਜਿਨ੍ਹਾਂ ਨੂੰ ਗੋਇੰਦ ਸਾਹਿਬ ਵੀ ਕਹਿੰਦੇ ਆ। ਇਸੇ ਤਰ੍ਹਾਂ ਇਹਨਾਂ ਦੀ ਸੰਪਰਦਾ ਹੋਰ ਬੜੇ ਬੜੇ ਮਹਾਂਪੁਰਸ਼ ਸਾਧੂ। ਇੱਕ ਲੰਗੋਟੀ 'ਚ ਰਹਿਣਾ, ਨਾ ਬਹੁਤਾ ਕੱਪੜਾ, ਨਾ ਬਹੁਤਾ ਖਾਣਾ, ਥੋੜ੍ਹਾ ਸੌਣਾ, ਥੋੜ੍ਹਾ ਖਾਣਾ, ਥੋੜ੍ਹਾ ਹੀ ਪਹਿਨਣਾ। ਆਪਣੇ ਜੀਵਨ ਦੇ ਵਿੱਚ ਤਿਆਗ ਦੀ ਮੂਰਤੀ ਬਣ ਕੇ ਪ੍ਰਚਾਰ ਕੀਤਾ। ਅੱਜ ਮੇਰੇ ਵਰਗੇ ਕਥਾਵਾਚਕ ਸੇਵਾ ਥੋੜ੍ਹੀ, ਮੰਗਣ ਬਹੁਤਾ। ਕਥਾ ਥੋੜ੍ਹੀ ਕਰਨੀ ਹੈ ਤੇ ਮਾਇਆ ਸਾਰੀ ਦੁਨੀਆ ਦੀ ਲੁੱਟਣੀ ਹੈ। ਪਰ ਸਾਧ ਸੰਗਤ ਜੀ, ਉਹਨਾਂ ਮਹਾਂਪੁਰਸ਼ਾਂ ਨੇ ਕਦੀ ਇੱਕ ਪੈਸਾ ਨਹੀਂ ਲਿਆ। ਹੱਥਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖ ਲਿਖ ਕੇ ਫਰੀ ਵੰਡੇ ਹਨ। ਭਾਈ ਗੁਰਦਾਸ ਦੀ ਬਾਣੀ ਦੀਆਂ ਪੋਥੀਆਂ, ਦਸਮ ਗ੍ਰੰਥ ਸਾਹਿਬ ਦੇ ਸਰੂਪ, ਇਤਿਹਾਸ ਦੇ ਗ੍ਰੰਥ, ਜਨਮ ਸਾਖੀਆਂ ਹੱਥ ਨਾਲ ਲਿਖਣੀਆਂ ਤੇ ਅੱਗੇ ਸਿੱਖੀ ਦਾ ਪ੍ਰਚਾਰ ਕਰਨਾ। ਪਰ ਅਸੀਂ ਅਕਿਰਤ ਘਣ ਹਾਂ ਸਾਧ ਸੰਗਤ ਜੀ। ਕਿਸੇ ਸਾਧੂ ਸੰਪਰਦਾ ਦਾ, ਪੰਥ ਦੀ ਪੁਰਾਤਨ ਜਥੇਬੰਦੀ ਦਾ ਸਤਿਕਾਰ ਨਹੀਂ ਕਰਦੇ। ਨਿੰਦਾ ਜ਼ਰੂਰ ਜਿੰਨੀ ਮਰਜ਼ੀ ਸਾਡੇ ਤੋਂ ਕਰਾ ਲਓ। ਬਾਬਾ ਸ੍ਰੀ ਚੰਦ ਸਾਹਿਬ ਜੀ ਸਾਰਾ ਜੀਵਨ ਹੀ ਲਾ ਦਿੱਤਾ। ਅੱਜ ਰਸ਼ੀਆ ਦੇ ਵਿੱਚ ਤੇ ਤਿੱਬਤ ਦੇ ਵਿੱਚ, ਨੇਪਾਲ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਕੇਰਲਾ, ਕਰਨਾਟਕ, ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਅੱਜ ਤੋਂ 400-450 ਸਾਲ ਪਹਿਲਾਂ ਬਾਬਾ ਸ੍ਰੀ ਚੰਦ ਜੀ ਨੇ ਜੋ ਗੁਰਦੁਆਰੇ ਬਣਾਏ ਸਨ। ਇਹ ਵੱਖਰੀ ਗੱਲ ਹੈ ਵੀ ਅੱਜ ਉਹਨਾਂ ਗੁਰੂ ਘਰਾਂ ਉੱਤੇ ਅਨਮਤੀਆਂ ਨੇ ਕਬਜ਼ਾ ਕਰ ਲਿਆ, ਕਿਉਂਕਿ ਅਸੀਂ ਉੱਧਰ ਸੰਭਾਲ ਕਰਨ ਗਏ ਨਹੀਂ। ਸਾਡਾ ਪ੍ਰਚਾਰ ਬੜਾ ਸੀਮਤ ਹੋ ਗਿਆ ਪੰਜਾਬ ਦੇ ਵਿੱਚ ਹੀ, ਤੇ ਉਹ ਵੀ ਅਸੀਂ ਗਵਾ ਬੈਠੇ ਸਾਰਾ ਕੁਝ। ਸੋ ਬਾਬਾ ਸ੍ਰੀ ਚੰਦ ਜੀ ਮਹਾਂਪੁਰਸ਼, ਤਪ ਦੀ ਮੂਰਤੀ, ਉਹਨਾਂ ਨੇ ਸਾਰੀ ਬਖਸ਼ਿਸ਼ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤੀ ਹੈ। ਟੋਪੀ ਗੁਰਦਿੱਤੇ ਸਿਰ ਧਰੀ। ਬਾਬਾ ਗੁਰਦਿੱਤਾ ਜੀ ਦੇ ਸਿਰ ਤੇ ਇਹ ਸੇਲੀ ਟੋਪੀ ਰੱਖ ਦਿੱਤੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ। ਕੇਤਕ ਦਿਵਸ ਰਹੇ ਤਿਨ ਪਾਸ। ਤੇ ਕੁਝ ਦਿਨ ਬਾਬਾ ਸ੍ਰੀ ਚੰਦ ਜੀ ਦੇ ਕੋਲ 6ਵੇਂ ਪਾਤਸ਼ਾਹ ਰਹੇ ਨੇ। ਇਹ ਨਹੀਂ ਵੀ ਉਸੇ ਵੇਲੇ ਹੱਥ ਲਾ ਕੇ ਮੁੜ ਆਏ ਨੇ। ਉੱਥੇ ਬਾੜ ਸਾਹਿਬ ਕਿੰਨੇ ਹੀ ਦਿਨ ਮਹਾਰਾਜ 6ਵੇਂ ਪਾਤਸ਼ਾਹ ਪੜਾਅ ਰੱਖਿਆ, ਫੌਜਾਂ ਸਮੇਤ ਉੱਥੇ ਠਹਿਰੇ ਹਨ। ਸੁਨੇ ਭਨੇ ਵਿੱਚ ਵਿਵਿਧ ਬਿਲਾਸ। ਰੋਜ਼ ਬਾਬਾ ਸ੍ਰੀ ਚੰਦ ਜੀ ਕੋਲ ਜਾ ਕੇ ਬੈਠ ਜਾਣਾ, ਉਹਨਾਂ ਦੇ ਬਚਨ ਸੁਣਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕਹਿਣਾ, ਬਾਬਾ ਜੀ ਆਪ ਜੀ ਨੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸਾਰੇ ਗੁਰੂਆਂ ਦੇ ਦਰਸ਼ਨ ਕੀਤੇ, ਸਾਨੂੰ ਉਹਨਾਂ ਦੇ ਬਚਨ ਸੁਣਾਓ। ਤੇ ਬਾਬਾ ਸ੍ਰੀ ਚੰਦ ਨੇ ਕਹਿਣਾ, ਮਹਾਰਾਜ ਤੁਸੀਂ ਤੇ ਉਹੀ ਜੋਤ ਹੋ, ਤੁਹਾਨੂੰ ਕਿਹੜਾ ਪਤਾ ਨਹੀਂ। ਮਹਾਰਾਜ ਨੇ ਆਖਣਾ, ਪਤਾ ਤਾਂ ਹੈ, ਪਰ ਅਸੀਂ ਤੁਹਾਡੇ ਮੂੰਹ ਤੋਂ ਸੁਣ ਕੇ ਆਨੰਦ ਲੈਣਾ। ਤੇ ਫਿਰ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਪਿਤਾ ਜੀ ਦੇ, ਗੁਰੂ ਨਾਨਕ ਸਾਹਿਬ ਦੇ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਵੱਡੇ ਗੁਰੂਆਂ ਦੇ ਬਚਨ ਸੁਣਾਣੇ।
ਹੋਰ ਬੜੇ ਬ੍ਰਹਮ ਗਿਆਨ ਦੇ ਅਨੁਭਵ ਦੇ ਬਚਨ ਆਪਸ ਵਿੱਚ ਸਾਂਝੇ ਕਰਦੇ। ਮਹਾਰਾਜ ਛੇਵੇਂ ਪਾਤਸ਼ਾਹ ਤੇ ਬਾਬਾ ਸ੍ਰੀ ਚੰਦ ਜੀ ਆਪਸ 'ਚ ਬਹੁਤ ਜ਼ਿਆਦਾ ਪ੍ਰੇਮ ਪੈ ਗਿਆ ਹੈ। ਚੜੇ ਬੰਦਨਾ ਕਰ ਚੱਲ ਆਏ। ਫਿਰ ਕੁਝ ਦਿਨਾਂ ਤੋਂ ਬਾਅਦ ਨਮਸਕਾਰ ਕਰਕੇ ਆਗਿਆ ਲਈ ਹੈ ਤੇ ਚਾਲਾ ਪਾ ਕੇ ਵਾਪਸ ਆਏ ਹਨ। ਤਦਰਵ ਤਟ ਕੇ ਥਲ ਦਿਖਰਾਏ। ਔਰ ਉਰਾਂ ਨੂੰ ਤੁਰਦੇ ਤੁਰਦੇ ਸਾਧ ਸੰਗਤ ਜੀ ਸਤਲੁਜ ਆ ਗਏ। ਦੁਆਬਾ ਦੇਸ਼ ਲੰਘ ਕੇ ਤੇ ਜਿੱਥੇ ਅੱਜ ਕੱਲ੍ਹ ਆਨੰਦਪੁਰ ਸਾਹਿਬ ਦਾ ਇਲਾਕਾ, ਕੀਰਤਪੁਰ ਸਾਹਿਬ ਦਾ ਇਲਾਕਾ ਹੈ ਨਾ, ਇਹ ਸਤਲੁਜ ਦਰਿਆ ਦੇ ਕਿਨਾਰੇ ਤੇ ਨਿਕਲੇ ਛੇਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਹੋਏ। ਵੱਡੋ ਪੁੱਤਰ ਸਮਝਾਇਓ ਤਬੈ। ਆਪਣੇ ਵੱਡੇ ਪੁੱਤਰ ਬਾਬਾ ਜੀ ਬਾਬਾ ਗੁਰਦਿੱਤਾ ਜੀ ਨੂੰ ਸਮਝਾਇਆ ਹੈ। ਨਿਜਪੁਰ ਕਰਹਿ ਬਸਾਬਨ ਅਵੈ। ਮਹਾਰਾਜ ਕਹਿੰਦੇ ਪੁੱਤਰ ਗੁਰਦਿੱਤਾ ਜੀ ਤੁਸੀਂ ਹੁਣ ਆਪਣਾ ਨਗਰ ਵਸਾਓ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਰਾਵੀ ਦੇ ਕੰਢੇ ਤੇ ਕਰਤਾਰਪੁਰ ਸਾਹਿਬ ਵਸਾਇਆ ਸੀ। ਫਿਰ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਨੂੰ ਭਾਗ ਲਾਏ। ਫਿਰ ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਬੜਾ ਸੁੰਦਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਸਾਇਆ। ਚੌਥੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ। ਪੰਜਵੇਂ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ, ਜਲੰਧਰ ਅਤੇ ਤਰਨ ਤਾਰਨ ਸਾਹਿਬ ਇਹਨਾਂ ਨਗਰਾਂ ਨੂੰ ਵਸਾਇਆ। ਫਿਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਹੁਣ ਆਪਾਂ ਇੱਕ ਹੋਰ ਨਗਰ ਵਸਾਈਏ ਜਿਹੜਾ ਤੁਹਾਡਾ ਹੋਵੇਗਾ। ਸ਼੍ਰੀ ਅੰਮ੍ਰਿਤਸਰ ਚੱਲ ਪੁਨ ਆਏ। ਏਦਾਂ ਫਿਰ ਮਹਾਰਾਜ ਇਹ ਇਲਾਕਾ ਵੇਖ ਕੇ ਨਾ, ਜਿਹਨੂੰ ਆਪਾਂ ਕੀਰਤਪੁਰ ਸਾਹਿਬ ਦਾ ਇਲਾਕਾ ਕਹਿੰਦੇ ਆ, ਚਲਦੇ ਚਲਦੇ ਵਾਪਸ ਅੰਮ੍ਰਿਤਸਰ ਆ ਗਏ ਹਨ। ਬਸ ਕਰ ਕੇਤਕ ਦਿਵਸ ਬਿਤਾਏ। ਕੁਝ ਦਿਨ ਇੱਥੇ ਸ੍ਰੀ ਅੰਮ੍ਰਿਤਸਰ 'ਚ ਬਤੀਤ ਕੀਤੇ ਹਨ। ਜੇਸ਼ਟ ਪੁੱਤਰ ਹਿਰਦੈ ਬਹੁ ਪਿਆਰੇ। ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਉਹ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬਹੁਤ ਪਿਆਰੇ ਸਨ। ਸਨੇ ਸਨੇਹ ਸਰੀਰ ਨਿਹਾਰੇ। ਮਹਾਰਾਜ ਆਪਣੇ ਪੁੱਤਰ ਨੂੰ ਬੜੇ ਪ੍ਰੇਮ ਨਾਲ ਦੇਖਦੇ, ਉਹਨਾਂ ਉੱਤੇ ਬੜੀਆਂ ਬਖਸ਼ਿਸ਼ਾਂ ਕਰਦੇ ਸਨ। ਲਖੀ ਭਵਿਖਿਅਤ ਗਤ ਚਿਤ ਮਾਹੂ। ਪਰ ਆਉਣ ਵਾਲਾ ਸਮਾਂ ਕੀ ਹੈ ਇਹ ਵੀ ਬਾਬਾ ਦਾ ਛੇਵੇਂ ਪਾਤਸ਼ਾਹ ਜਾਣਗੇ। ਆਉਣ ਵਾਲੇ ਸਮੇਂ ਦੀ ਸਾਰੀ ਵਾਰਤਾ ਨੂੰ ਜਾਣ ਕੇ ਭਵਿੱਖ ਵਾਰਤਾ ਨੂੰ ਹੋਣ ਹਾਰ ਨਹਿ ਮਿਟੈ ਕਦਾਹੂ। ਮਹਾਰਾਜ ਨੂੰ ਪਤਾ ਸੀ ਕਿ ਬਾਬਾ ਗੁਰਦਿੱਤਾ ਜੀ ਨੇ ਚਲਾਣਾ ਕਰ ਜਾਣਾ ਹੈ। ਹੋਣੀ ਕਦੀ ਮਿਟੀ ਨਹੀਂ ਕਿਸੇ ਤੋਂ, ਭਾਵੀ ਅਮਿਟ ਹੈ। ਅਕਾਲ ਪੁਰਖ ਦਾ ਹੁਕਮ ਮਿਟਿਆ ਨਹੀਂ ਜਾ ਸਕਦਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਕਰਤੇ ਪੁਰਖ ਨੇ ਲਿਖ ਦਿੱਤਾ ਉਹਨੂੰ ਕੌਣ ਮੇਟ ਸਕਦਾ। ਮਹਾਰਾਜ ਭਾਣਾ ਮੰਨਣਾ ਸਿਖਾਉਂਦੇ ਸਿੱਖਾਂ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਵਿਚਾਰ ਕੀਤੀ ਵੀ ਹੋਰ ਵੀ ਕਈ ਕਾਰਨ ਬਣਨੇ ਹਨ। ਸੁਤ ਤੇ ਨਗਰ ਬਸਾਵਨ ਚਾਹਾ। ਇਹਨਾਂ ਕੋਲੋਂ ਇੱਕ ਸੇਵਾ ਲੈ ਲਈਏ, ਇੱਕ ਨਗਰ ਵਸਾ ਲਈਏ। ਪੁੱਤਰ ਦੇ ਕੋਲੋਂ ਇਹ ਸੇਵਾ ਲੈਣੀ ਚਾਹੁੰਦੇ ਮਹਾਰਾਜ ਜੀ। ਜਥਾ ਗਰਨਪੁਰ ਹਿਰਦੇ ਉਮਾਹਾ। ਜਿਵੇਂ ਵੱਡੇ ਗੁਰੂਆਂ ਨੇ ਨਗਰੀਆਂ ਵਸਾਈਆਂ ਨੇ, ਸ਼ਹਿਰ ਪਿੰਡ ਵਸਾਏ ਨੇ, ਇਹਨਾਂ ਕੋਲੋਂ ਵੀ ਇੱਕ ਹੋਰ ਸੇਵਾ ਲਈਏ, ਨਗਰ ਵਸਵਾਈਏ ਇਹਨਾਂ ਕੋਲੋਂ। ਇੱਕ ਦਿਨ ਨਿਕਟ ਬੁਲਾਏ ਬਿਠਾਏ। ਇੱਕ ਦਿਨ ਬਾਬਾ ਗੁਰਦਿੱਤਾ ਜੀ ਨੂੰ ਕੋਲ ਬਿਠਾਇਆ ਤੇ ਸਮਝਾਉਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ। ਨਿਮਰ ਹੋਏ ਥਿਰ ਭੇ ਸੁਖ ਪਾਏ। ਬਾਬਾ ਗੁਰਦਿੱਤਾ ਜੀ ਬੜੀ ਨਿਮਰਤਾ ਨਾਲ ਸਿਰ ਝੁਕਾ ਕੇ ਪਿਤਾ ਜੀ ਦੇ ਚਰਨਾਂ 'ਚ ਬੈਠਿਆ ਕਰਦੇ ਸੀ। ਜੋ ਮਹਾਰਾਜ ਛੇਵੇਂ ਪਾਤਸ਼ਾਹ ਹੁਕਮ ਦਿੰਦੇ ਬੜੇ ਧਿਆਨ ਨਾਲ ਬਾਬਾ ਗੁਰਦਿੱਤਾ ਜੀ ਸੁਣਦੇ ਸਨ। ਕਹਿਤ ਭਏ ਅਬ ਕਾਰਜ ਕਰੋ। ਕਹਿਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਪੁੱਤਰ ਹੁਣ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਵਾਲਾ ਕਾਰਜ ਹੈ, ਤੁਸੀਂ ਕਰੋ। ਸੈਲਨ ਦੇਸ਼ ਤਦਰਵ ਕੋ ਤਰੋ। ਸਤਲੁਜ ਵਾਲੇ ਪਾਸੇ ਦਰਿਆ ਸਤਲੁਜ ਪਾਰ ਕਰਕੇ ਜਿਹੜਾ ਪੁਆਧ ਦਾ ਇਲਾਕਾ ਹੈ, ਸਾਧ ਸੰਗਤ ਜੀ, ਜਿਵੇਂ ਪੰਜਾਬ 'ਚ ਮਾਝਾ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਇਹਨੂੰ ਮਾਝਾ ਕਹਿੰਦੇ ਆ। ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ, ਜਲੰਧਰ ਇਹਨੂੰ ਦੁਆਬਾ ਕਹਿੰਦੇ ਆ। ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਸੰਗਰੂਰ ਇਹਨੂੰ ਮਾਲਵਾ ਕਹਿੰਦੇ ਆ।
ਇਹ ਪੰਜਾਬ ਇੱਥੇ ਖਤਮ ਨਹੀਂ ਹੋ ਜਾਂਦਾ। ਅੱਜ ਜਿਹੜਾ ਇਲਾਕਾ ਹਰਿਆਣੇ ਵਿੱਚ ਗਿਆ, ਇਹ ਵੀ ਪੰਜਾਬ ਹੈ। ਪੰਜਾਬ ਦੀ ਹੱਦ ਦਾ ਤੁਸੀਂ ਪੱਥਰ ਪੜ੍ਹਨਾ ਹੋਵੇ ਅੰਗਰੇਜ਼ਾਂ ਦੇ ਰਾਜ ਦਾ, ਹੁਣ ਤੱਕ ਮਥੁਰਾ ਦੇ ਕੋਲ ਕੋਸ਼ਿਸ਼ ਹੈ। ਦਿੱਲੀ ਤੋਂ ਕੋਈ 100 ਕਿਲੋਮੀਟਰ ਹੋਰ ਅੱਗੇ ਮਥੁਰਾ ਵੱਲ, ਉੱਥੇ ਕੋਸ਼ੀ ਸ਼ਹਿਰ 'ਚ ਪੱਥਰ ਲੱਗਾ ਹੋਇਆ, ਉੱਥੇ ਲਿਖਿਆ ਪੰਜਾਬ, ਉੱਥੋਂ ਸ਼ੁਰੂ ਹੁੰਦਾ ਪੰਜਾਬ। ਬਾਂਗਰ ਜਿਹੜਾ ਅੱਜ ਹਰਿਆਣੇ ਦਾ ਸਿਰਸਾ, ਰੋਹਤਕ, ਹਿਸਾਰ, ਗੁੜਗਾਵਾਂ ਜ਼ਿਲ੍ਹੇ ਹਨ, ਇਹ ਵੀ ਪੰਜਾਬ ਸੀ। ਇਹਨੂੰ ਬਾਂਗਰ ਕਹਿੰਦੇ ਸੀ। ਜਮਨਾ ਨਗਰ ਜਗਾਦਰੀ ਤੋਂ ਲੈ ਕੇ ਸਹਾਰਨਪੁਰ ਤੱਕ ਖਾਦਰ ਕਹਿੰਦੇ ਸੀ। ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਭੇਵੇ ਤੱਕ ਜ਼ਿਲ੍ਹਾ ਅੰਬਾਲਾ, ਇਹਨੂੰ ਪੁਆਧ ਕਹਿੰਦੇ ਸੀ। ਚੰਡੀਗੜ੍ਹ ਮੇਨ ਜਿਹੜਾ ਸ਼ਹਿਰ ਹੈ ਚੰਡੀਗੜ੍ਹ, ਇਹ ਪੁਆਧ ਦਾ ਸੈਂਟਰ ਸੀਗਾ। ਤੇ ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ ਵੀ ਪੁਆਧ ਵਿੱਚ ਚਲੇ ਜਾਓ ਹੁਣ ਤੁਸੀਂ। ਸਿੱਖੀ ਦੇ ਸਾਰੇ ਸ਼ਹਿਰਾਂ 'ਚ ਕੇਂਦਰ ਬਣ ਗਏ। ਮਾਝੇ 'ਚ ਵੀ ਬਣ ਗਿਆ ਅੰਮ੍ਰਿਤਸਰ, ਦੁਆਬੇ 'ਚ ਬਣ ਗਿਆ ਕਰਤਾਰਪੁਰ ਜਲੰਧਰ ਦਾ, ਤੇ ਮਾਲਵੇ ਵਿੱਚ ਰੌਲੀ ਭਾਈ ਕੀ ਤੇ ਹੋਰ ਬੜੇ ਨਗਰਾਂ 'ਚ ਗੁਰਸੇ ਮਹਾਰਾਜ ਪ੍ਰਚਾਰ ਕਰ ਆਏ। ਮੋਗੇ ਦੇ ਇਲਾਕੇ ਵਿੱਚ, ਬਠਿੰਡੇ ਦੇ ਇਲਾਕੇ ਵਿੱਚ। ਹੁਣ ਰਹਿ ਗਿਆ ਪੁਆਧ ਦਾ ਇਲਾਕਾ। ਕਹਿੰਦੇ ਇੱਥੇ ਵੀ ਨਗਰ ਵਸਾਈਏ। ਕੀਰਤਪੁਰ ਸਾਹਿਬ ਫਿਰ ਇੱਥੇ ਵਸਾਇਆ। ਉਹ ਮਹਾਰਾਜ ਕਹਿੰਦੇ ਵੀ ਉੱਥੇ ਪੁਆਧ ਵਿੱਚ ਜਾਓ ਤੁਸੀਂ ਹੁਣ। ਕੇਤਕ ਪਰੇ ਅਪਰ ਗਿਰ ਆਹਾਂ। ਉਸ ਤੋਂ ਪਰਾਂ ਸ਼ਿਵਾਲਕ ਦੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਨਾਂ ਦੀ ਜੜ ਵਿੱਚ ਬੜਾ ਸੋਹਣਾ ਰਮਣੀਕ ਥਾਂ ਹੈ ਪੀਰ ਬੁੱਢਣ ਸ਼ਾਹ ਜੀ ਦਾ। ਬੁੱਢਣ ਸ਼ਾਹ ਸੰਤ ਇੱਕ ਰਹਾ। ਇੱਕ ਬਹੁਤ ਵੱਡੀ ਕਰਨੀ ਵਾਲੇ ਮਹਾਂਪੁਰਸ਼ ਬੁੱਢਣ ਸ਼ਾਹ ਜੀ ਰਹਿੰਦੇ ਉੱਥੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਸਾਧੂ ਹਨ। ਕਰਤ ਪਰ ਤੀਖਨ ਧਾਰਤ ਧਿਆਨਾ। ਬੜੀ ਉਹ ਧਿਆਨ ਸਾਧਨਾ ਕਰਦੇ, ਨਾਮ ਜਪਦੇ, ਪਰਮੇਸ਼ਰ ਦਾ, ਅੱਲਾ ਦੀ ਬੰਦਗੀ ਕਰਦੇ ਆ। ਮੁਸਲਮਾਨ ਫਕੀਰ ਪਹੁੰਚੇ ਹੋਏ ਹਨ। ਉਹ ਹਰ ਵੇਲੇ ਧਿਆਨ ਕਰਕੇ ਸਾਨੂੰ ਉਡੀਕਦੇ ਹਨ। ਹਾਂਜੀ, ਤੁਮਕੋ ਮਿਲਿਓ ਚਾਹ ਤਿਸ ਥਾਨਾ। ਉਹ ਤੁਹਾਨੂੰ ਮਿਲਣਾ ਚਾਹੁੰਦੇ, ਉਹ ਤੁਹਾਡੀ ਉਡੀਕ ਕਰ ਰਹੇ ਨੇ। ਪੁੱਤਰ ਜੀ ਤੁਸੀਂ ਜਾਓ, ਉੱਥੇ ਜਾ ਕੇ ਪੀਰ ਬੁੱਢਣ ਸ਼ਾਹ ਜੀ ਨੂੰ ਦਰਸ਼ਨ ਦਿਓ। ਸ਼੍ਰੀ ਗੁਰ ਦਿੱਤੇ ਸੁਣ ਕਰ ਜੋਰੇ। 6ਵੇਂ ਪਾਤਸ਼ਾਹ ਦਾ ਹੁਕਮ ਸੁਣ ਕੇ ਬਾਬਾ ਗੁਰਦਿੱਤਾ ਜੀ ਨੇ ਹੱਥ ਜੋੜ ਲਏ। ਕਿਮ ਬੈਠਿਓ ਮੇਲਾ ਕਿਮ ਲੋਰੇ। ਤੇ ਬਾਬਾ ਗੁਰਦਿੱਤਾ ਜੀ ਪੁੱਛਦੇ, ਮਹਾਰਾਜ ਉਹ ਪੀਰ ਜੀ ਕਿਵੇਂ ਬੈਠੇ ਨੇ, ਕਦੋਂ ਦੇ ਬੈਠੇ ਨੇ, ਤੇ ਸਾਨੂੰ ਕਿਉਂ ਮਿਲਣਾ ਚਾਹੁੰਦੇ ਨੇ। ਹਾਂਜੀ, ਕਹੋ ਕਹਾ ਮੈਂ ਤਿਸ ਕੋ ਜਾਏ। ਮੈਂ ਉਹਨਾਂ ਨੂੰ ਕੀ ਕਹਾਂਗਾ, ਜਾ ਕੇ ਉਹਨਾਂ ਨੂੰ ਕੀ ਦੱਸਾਂਗਾ ਵੀ ਮੈਂ ਕੌਣ ਆ। ਕਿਉਂਕਿ ਬਿਨਾਂ ਜਾਣ ਪਛਾਣ ਦੇ ਜਾਂ ਕੋਈ ਬਿਨਾਂ ਨਿਸ਼ਾਨੀ ਦੱਸਿਆ ਕਿਵੇਂ ਪਛਾਣਨਗੇ ਉਹ। ਹਾਂਜੀ, ਕੋ ਕਾਰਜ ਮਿਲ ਬੇ ਹੋਏ ਜਾਏ। ਉਹਨਾਂ ਨੂੰ ਮਿਲਣ ਨਾਲ ਫਿਰ ਕਿਹੜਾ ਕਾਰਜ ਸਿੱਧ ਹੋਵੇਗਾ। ਦਇਆ ਸਿੰਧ ਭਵ ਭੇਤ ਬਤਾਵਹੁ। ਹੇ ਦਇਆ ਦੇ ਸਮੁੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀਓ, ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਭੇਦ ਦੱਸੋ ਬਈ ਉਸ ਨਗਰ ਦੇ ਵਿੱਚ ਜਿੱਥੇ ਜਾ ਕੇ ਪੀਰ ਬੁੱਢਣ ਸ਼ਾਹ ਨੂੰ ਮਿਲਣਾ ਹੈ, ਕਿਉਂ ਮਿਲਣਾ ਹੈ, ਤੇ ਉਹਨਾਂ ਦਾ ਸਾਡੇ ਨਾਲ ਰਿਸ਼ਤਾ ਕੀ ਹੈ, ਸੰਬੰਧ ਕੀ ਹੈ। ਹੋਏ ਗੋਹਿ ਪੀਤਉ ਸੁਨਾਵਹੁ। ਜੇ ਕੋਈ ਗੁੱਝੀ ਗੱਲ ਹੈ ਭੇਦ ਵਾਲੀ ਤਾਂ ਵੀ ਸਮਝਾ ਦਿਓ। ਸੁਨ ਸ਼੍ਰੀ ਮੁਖ ਤੇ ਉਚਰਨ ਲਾਗੇ। ਸੁਣ ਕੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਮੁਖਾਰਬਿੰਦ ਤੋਂ ਦੱਸਦੇ ਹਨ। ਸ਼੍ਰੀ ਨਾਨਕ ਪਹੁੰਚੇ ਤਹ ਆਗੇ। ਪੁੱਤਰ ਉੱਥੇ ਪੀਰ ਬੁੱਢਣ ਸ਼ਾਹ ਦੇ ਕੋਲ ਮਹਾਰਾਜ ਪਹਿਲੀ ਪਾਤਸ਼ਾਹੀ ਸਤਿਗੁਰੂ ਨਾਨਕ ਦੇਵ ਜੀ ਗਏ ਸਨ। ਹਾਂਜੀ, ਰਹਿਤ ਹੋ ਤੋ ਤਹ ਬੁੱਢਣ ਸ਼ਾਹੂ। ਉਹ ਪਹਾੜੀਆਂ ਦੇ ਵਿੱਚ ਪੀਰ ਬੁੱਢਣ ਸ਼ਾਹ ਜੀ ਰਹਿੰਦੇ ਸਨ। ਅਜਾ ਦੋਇ ਰਾਖਤ ਨਿਤ ਪਾਹੂ। ਤੇ 2-4 ਬੱਕਰੀਆਂ ਰੱਖੀਆਂ ਹੋਈਆਂ ਸਨ। 2 ਬੱਕਰੀਆਂ ਰੱਖੀਆਂ ਹੋਈਆਂ ਸਨ ਪੀਰ ਬੁੱਢਣ ਸ਼ਾਹ ਜੀ ਨੇ। ਤਿੰਨ ਪਿਆ ਪਾਨ ਕਰਤ ਸੋ ਰਹਾ। ਤੇ ਉਹਨਾਂ ਬੱਕਰੀਆਂ ਦਾ ਦੁੱਧ ਪੀਂਦੇ ਸਨ। ਤੇ ਬੱਕਰੀਆਂ ਚਾਰ ਕੇ ਲਿਆਉਣ ਦੀ ਸੇਵਾ ਸ਼ੇਰ ਕਰਦਾ ਸੀ। ਬੱਕਰੀ ਸਿੰਘ ਇੱਕ ਤੈ ਥਾਂ ਰਾਖੇ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਗੁਰਬਾਣੀ ਦੀ ਪੰਕਤੀ ਹੈ।
ਪਰਮੇਸ਼ਰ ਦੇ ਪਿਆਰਿਆਂ ਵਿੱਚ ਇਹ ਸ਼ਕਤੀ ਹੁੰਦੀ ਹੈ, ਜਿਹੜਾ ਕੰਮ ਦੁਨੀਆ 'ਚ ਨਹੀਂ ਹੋ ਸਕਦਾ ਉਹ ਕਰ ਸਕਦੇ। ਸ਼ੇਰ ਬੱਕਰੀਆਂ ਚਾਰ ਕੇ ਲਿਆਉਂਦਾ ਪੀਰ ਬੁੱਢਣ ਸ਼ਾਹ ਦੀਆਂ ਬੱਕਰੀਆਂ। ਬੜਾ ਸ਼ਕਤੀ ਵਾਲਾ ਸਾਧੂ ਹੈ ਪੀਰ ਬੁੱਢਣ ਸ਼ਾਹ। ਤਪ ਮਹਿ ਪ੍ਰੀਤ ਪ੍ਰਭੂ ਗੁਣ ਕਹੈ। ਔਰ ਤਪਸਵੀ ਹੈ, ਹਰ ਵੇਲੇ ਤਪ ਕਰਦਾ ਹੈ, ਹਰ ਵੇਲੇ ਪ੍ਰਮਾਤਮਾ ਦਾ, ਅੱਲਾਹ ਤਾਲਾ ਦਾ, ਖੁਦਾ ਦਾ ਨਾਮ ਜਪਦਾ ਹੈ। ਬਾਲਾ ਮਰਦਾਨਾ ਸੰਗ ਦੋਏ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸ਼੍ਰੀ ਨਾਨਕ ਦੇਖਤ ਪਾਸ ਹੋਏ। ਸਤਿਗੁਰੂ ਨਾਨਕ ਦੇਵ ਜੀ ਉੱਥੇ ਜਾ ਪਹੁੰਚੇ ਤੇ ਕੀਰਤਨ ਕੀਤਾ। ਅੱਜ ਕੱਲ੍ਹ ਉਸ ਜਗ੍ਹਾ ਦਾ ਨਾਮ ਚਰਨ ਕਮਲ ਸਾਹਿਬ ਹੈ, ਗੁਰਦੁਆਰਾ, ਜਿੱਥੇ ਮਹਾਰਾਜ ਲਗਾਤਾਰ ਕੀਰਤਨ ਕੀਤਾ, ਅਖੰਡ ਕੀਰਤਨ ਕੀਤਾ। ਐਸੀ ਧੁਨੀ ਵਿੱਚ ਕੀਰਤਨ ਕੀਤਾ, ਸ਼ਿਵਾਲਕ ਦੀਆਂ ਪਹਾੜੀਆਂ ਗੂੰਜ ਉੱਠੀਆਂ ਤੇ ਕੀਰਤਨ ਸੁਣ ਕੇ ਪੀਰ ਬੁੱਢਣ ਸ਼ਾਹ ਜੀ ਦਾ ਮਨ ਦਰਬ ਗਿਆ। ਲਖੇ ਸੰਤ ਸੇਵਨ ਕਰ ਚਾਹੂ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਤੇ ਕੀਰਤਨ ਸੁਣ ਕੇ ਉਹਦੇ ਮਨ ਵਿੱਚ ਇੱਛਾ ਹੋਈ ਵੀ ਮੈਂ ਇਹਨਾਂ ਸੰਤਾਂ ਨੂੰ ਦੁੱਧ ਪਿਆਵਾਂ, ਸੇਵਾ ਕਰਾਂ। ਭਾਈ ਬਾਲੇ ਮਰਦਾਨੇ ਨੂੰ ਤੇ ਗੁਰੂ ਨਾਨਕ ਸਾਹਿਬ ਨੂੰ ਦੁੱਧ ਪਿਆਉਣ ਦੀ ਇੱਛਾ ਕੀਤੀ ਪੀਰ ਬੁੱਢਣ ਸ਼ਾਹ ਨੇ। ਅਜਾ ਦਗਧ ਆਨਤ ਪਾ ਪਾਹੂ। ਤੇ ਉਹ ਦੁੱਧ ਦੀਆਂ, ਬੱਕਰੀ ਦੇ ਦੁੱਧ ਦੀਆਂ ਟਿੰਡਾਂ ਭਰ ਕੇ ਲਿਆਇਆ। ਬੱਕਰੀ ਦਾ ਦੁੱਧ ਗਰਮ ਕਰਕੇ ਮਹਾਰਾਜ ਨੂੰ ਛਕਾਉਣ ਵਾਸਤੇ ਲਿਆਇਆ ਪੀਰ ਬੁੱਢਣ ਸ਼ਾਹ। ਮੈਂ ਬੈਠਿਓ ਤੁਮ ਚੱਲ ਕਰ ਆਏ। ਤੇ ਉਹਨੇ ਆਖਿਆ ਮਹਾਰਾਜ ਜੀ ਮੈਂ ਇੱਥੇ ਬੈਠਾ ਹੋਇਆ, ਤੁਸੀਂ ਇੱਥੇ ਬਾਹਰੋਂ ਚੱਲ ਕੇ ਆਏ। ਜਿਹੜਾ ਕਿਸੇ ਜਗ੍ਹਾ ਤੇ ਬੈਠਾ ਹੋਵੇ ਉਹਦਾ ਫਰਜ਼ ਹੁੰਦਾ ਹੈ, ਜਿਹੜਾ ਬਾਹਰੋਂ ਆਵੇ ਉਹਨੂੰ ਚਾਹ ਪਾਣੀ, ਦੁੱਧ ਪਾਣੀ ਛਕਾਉਣਾ। ਮੰਨ ਲਓ ਕੋਈ ਘਰ ਦੇ ਵਿੱਚ ਬੈਠਾ ਤੇ ਬਾਹਰੋਂ ਕੋਈ ਆ ਗਿਆ, ਜਿਹੜਾ ਪਹਿਲਾਂ ਬੈਠਾ ਉਹਦੀ ਡਿਊਟੀ ਹੈ ਬਾਹਰੋਂ ਆਏ ਨੂੰ ਜਲ ਪਾਣੀ ਛਕਾਉਣਾ। ਸੋ ਤੁਸੀਂ ਆਏ ਹੋ ਚੱਲ ਕੇ ਤੇ ਮੈਂ ਇੱਥੇ ਰਹਿੰਦਾ ਆ ਮਹਾਰਾਜ ਮੇਰੀਆਂ ਬੱਕਰੀਆਂ ਦਾ ਦੁੱਧ ਪੀਓ। ਉਚਿਤ ਸੇਵਕ ਕੇ ਯੋਂ ਲਖ ਪਾਏ। ਤੇ ਮੇਰਾ ਜੀ ਕਰਦਾ ਤੁਹਾਡੀ ਸੇਵਾ ਕਰਾਂ। ਜਾਂ ਤੇ ਦਗਧ ਧਰਿਓ ਇਹ ਆਨ। ਇਹ ਦੁੱਧ ਤੁਹਾਡੇ ਚਰਨਾਂ 'ਚ ਲਿਆ ਕੇ ਰੱਖਿਆ ਮਹਾਰਾਜ, ਇਹਨੂੰ ਪਾਨ ਕਰੋ। ਅਚਹੋ ਸੰਤ ਜੀ ਰੁਚ ਕੋ ਠਾਨ। ਮਹਾਰਾਜ ਬੜੇ ਪਿਆਰ ਨਾਲ ਮੈਂ ਲਿਆਂਦਾ। ਸੰਤ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਪੀਰ ਬੁੱਢਣ ਸ਼ਾਹ, ਗੁਰੂ ਜੀ ਇਹ ਦੁੱਧ ਪੀਓ ਤੁਸੀਂ। ਸ਼੍ਰੀ ਨਾਨਕ ਸੁਨ ਬੂਝਨ ਕੀਨ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਪੀਰ ਬੁੱਢਣ ਸ਼ਾਹ ਦੀ ਗੱਲ ਸੁਣ ਕੇ ਪੁੱਛਿਆ, ਤਪ ਕੋ ਤਪਤ ਸਫਲ ਭੀ ਚੀਨ। ਮਹਾਂਪੁਰਸ਼ੋ ਤੁਸੀਂ ਬੜਾ ਤਪ ਕਰ ਰਹੇ ਹੋ, ਬੰਦਗੀ ਕਰ ਰਹੇ ਹੋ, ਤੁਹਾਡੀ ਤਪੱਸਿਆ ਸਫਲ ਹੋ ਗਈ ਹੈ, ਤੁਹਾਡੀ ਜਿਹੜੀ ਮੰਜ਼ਿਲ ਤੇ ਪਹੁੰਚਣਾ ਸੀ ਪਹੁੰਚ ਗਏ ਹੋ। ਹਾਂਜੀ। ਉਪਜੀ ਸ਼ਾਂਤ ਕੇ ਨਹਿ ਮਨ ਮਾਹੀ। ਅੱਛਾ ਇਹ ਦੱਸੋ ਤਪੱਸਿਆ ਕਰਕੇ ਮਨ ਵਿੱਚ ਸ਼ਾਂਤੀ ਪੈਦਾ ਹੋਈ ਹੈ ਕਿ ਨਹੀਂ ਹੋਈ? ਜਤਨ ਅਨੇਕ ਕਰਤ ਹਿਤ ਜਾਹੀ। ਜਿਹਦੇ ਵਾਸਤੇ ਇੰਨੇ ਯਤਨ ਕਰ ਰਹੇ ਹੋ, ਇੰਨੀ ਤਪੱਸਿਆ ਕਰ ਰਹੇ ਹੋ, ਕਠਿਨ ਘੋਰ ਤਪ ਕਰ ਰਹੇ ਹੋ, ਉਹ ਤੁਹਾਨੂੰ ਫਲ ਮਿਲਿਆ ਜਾਂ ਨਹੀਂ ਮਿਲਿਆ? ਸੁਨ ਉੱਚੇ ਬਚ ਬੁੱਢਣ ਸ਼ਾਹੂ। ਮਹਾਰਾਜ ਦੇ ਬਚਨ ਸੁਣ ਕੇ ਪੀਰ ਬੁੱਢਣ ਸ਼ਾਹ ਜੀ ਬੋਲੇ, ਤੁਮਰੋ ਨਾਮ ਸੁਨਨ ਚਿਤ ਚਾਹੂ। ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਹੋਈ ਹੈ, ਪਰ ਤੁਹਾਡਾ ਨਾਂ ਕੀ ਹੈ ਇਹ ਸੁਣਨਾ ਚਾਹੁੰਦਾ ਹਾਂ। ਗੁਰ ਰਖ ਲਖਿਓ ਭਨੈ ਮਰਦਾਨਾ। ਕੋਲ ਭਾਈ ਮਰਦਾਨਾ ਜੀ ਸਨ। ਮਰਦਾਨਾ ਜੀ ਨੇ ਪੀਰ ਬੁੱਢਣ ਸ਼ਾਹ ਜੀ ਨੂੰ ਦੱਸਿਆ, ਇਹੋ ਜਗ ਗੁਰ ਸ਼੍ਰੀ ਨਾਨਕ ਜਾਨਾ। ਭਾਈ ਮਰਦਾਨਾ ਜੀ ਕਹਿੰਦੇ ਪੀਰ ਜੀ ਇਹਨਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੈ, ਇਹ ਸਾਰੀ ਦੁਨੀਆ ਦੇ ਗੁਰੂ ਹਨ। ਹਾਂਜੀ। ਜਿਸ ਕੋ ਚਾਹਤ ਕੁਛ ਉਪਦੇਸ਼ਾ। ਇਹ ਜਿਹਨੂੰ ਕੋਈ ਉਪਦੇਸ਼ ਦੇਣਾ ਹੁੰਦਾ ਹੈ, ਜਿਸ ਤੇ ਕੋਈ ਕਿਰਪਾ ਕਰਨੀ ਹੁੰਦੀ ਹੈ ਇਹਨਾਂ ਨੇ, ਤਿਸ ਤੇ ਨਿਕਟ ਜਾਤ ਜਗਤੇਸ਼ਾ। ਉਹਦੇ ਕੋਲ ਹੀ ਜਾਂਦੇ ਆ। ਜਿਹੜੀ ਕੋਈ ਰੂਹ, ਕੋਈ ਰੱਬ ਦਾ ਪਿਆਰਾ, ਕੋਈ ਭਗਤ ਸੰਤ ਤਾਰਨਾ ਹੁੰਦਾ ਉਹਦੇ ਕੋਲ ਚਲੇ ਜਾਂਦੇ, ਆਪੇ ਹੀ ਜਾ ਪਹੁੰਚਦੇ ਹਨ। ਸੁਨਤ ਨਾਮ ਪਾਇਨ ਪਰ ਪਰਿਓ। ਇਹ ਜਦੋਂ ਪੀਰ ਬੁੱਢਣ ਸ਼ਾਹ ਜੀ ਨੇ ਨਾਮ ਸੁਣਿਆ ਨਾ ਗੁਰੂ ਨਾਨਕ ਦੇਵ ਜੀ ਦਾ, ਤੇ ਉਸੇ ਵੇਲੇ ਚਰਨਾਂ ਤੇ ਢਹਿ ਪਿਆ, ਬੜੇ ਪਿਆਰ ਨਾਲ ਮੱਥਾ ਟੇਕਿਆ। ਕਹਿਓ ਕਿ ਮੋਹੇ ਨਿਹਾਲ ਅਬ ਕਰਿਓ। ਕਹਿਣ ਲੱਗਾ ਧੰਨ ਭਾਗ ਮੇਰੇ, ਅਹੋ ਭਾਗ, ਅੱਜ ਦੀ ਘੜੀ ਭਾਗਾਂ ਵਾਲੀ ਹੈ। ਅਹੋ ਭਾਗ ਮੇਰੇ ਪ੍ਰਭੂ ਦਰਸ਼ ਪਾਏ। ਅੱਜ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਹੋ ਗਏ। ਮਹਿਮਾ ਬੜੀ ਸੁਣੀ ਸੀ ਆਪ ਜੀ ਦੀ,
ਪਰ ਦਰਸ਼ਨ ਅੱਜ ਹੋਏ ਹਨ। ਸੁਨਤ ਹੋ ਤੋ ਜਸ ਰਾਵਰ ਕੇਰਾ। ਆਪ ਜੀ ਦਾ ਜਸ ਸੁਣਿਆ ਸੀ, ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਸੋਭਾ ਸੁਣੀ ਸੀ, ਦਰਸ਼ਨ ਨਹੀਂ ਸੀ ਹੋਏ। ਅੱਜ ਮੇਰੇ ਭਾਗ ਜਾਗੇ, ਤੁਸੀਂ ਮੈਨੂੰ ਘਰ ਆ ਕੇ ਦਰਸ਼ਨ ਦਿੱਤੇ ਹਨ। ਮਿਲਵੇ ਚਾਹਤ ਰਹਿਤ ਚਿਤ ਮੇਰਾ। ਮੇਰਾ ਮਨ ਲੋਚਦਾ ਦਰਸ਼ਨ ਕਰਾਂ। ਕਿਹੜੀ ਘੜੀ ਹੋਵੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣ। ਮਹਾਰਾਜ ਮੇਰੀ ਅਰਦਾਸ ਸੁਣ ਕੇ ਆਏ ਹੋ ਤੁਸੀਂ। ਮਨ ਕੀ ਜਾਨ ਆਨ ਅਬ ਮਿਲੇ। ਮੇਰੇ ਮਨ ਦੀ ਜਾਣ ਕੇ ਆਏ ਹੋ ਤੇ ਮਿਲੇ ਹੋ ਮੈਨੂੰ। ਕਰੇ ਅਦਕ ਤਪ ਸੇ ਫਲ ਫਲੇ। ਜਿਹੜੇ ਮੈਂ ਤਪ ਕੀਤੇ ਸੀ, ਅੱਜ ਮੇਰੇ ਤਪ ਫਲ ਗਏ, ਮੇਰੇ ਤਪ ਨੂੰ ਫਲ ਲੱਗ ਗਿਆ। ਬੜੀ ਭਾਰੀ ਤਪੱਸਿਆ ਕਰਕੇ ਗੁਰੂ ਦੇ ਦਰਸ਼ਨ ਹੁੰਦੇ ਆ, ਹੋ ਗਏ ਹਨ। ਅਬ ਮਮ ਹੋਏ ਗਇਓ ਕਲਿਆਣ। ਹੁਣ ਮੇਰਾ ਭਲਾ ਹੋ ਗਿਆ ਮਹਾਰਾਜ, ਤੁਸੀਂ ਮੇਰੇ ਘਰ ਆ ਗਏ ਹੋ। ਦਰਸ਼ਨ ਦੀਨਸ ਦਇਆ ਨਿਧਾਨ। ਬੜੀ ਦਇਆ ਕੀਤੀ ਹੈ, ਮਿਹਰ ਕੀਤੀ, ਦਰਸ਼ਨ ਦਿੱਤੇ ਹਨ। ਇਤਿਆਦਕ ਤਬ ਬਿਨੈ ਬਖਾਨੀ। ਇਸ ਤਰ੍ਹਾਂ ਦੀ ਬੇਨਤੀ ਪੀਰ ਬੁੱਢਣ ਸ਼ਾਹ ਜੀ ਨੇ ਕੀਤੀ ਹੈ। ਸ਼੍ਰੀ ਨਾਨਕ ਬੋਲੇ ਸ਼ਬ ਬਾਣੀ। ਤਾਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੋਲੇ, ਸਤ ਨਾਮ ਸਿਮਰੋ ਲਿਵਲਾਈ। ਮਹਾਰਾਜ ਕਹਿੰਦੇ ਸੰਤ ਜੀ ਸੱਚੇ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਪੋ। ਤਨ ਹੰਤਾ ਕਹ ਦੇਹੋ ਉਠਾਈ। ਆਪਣੇ ਸਰੀਰ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝੋ। ਇਹ ਸਰੀਰ ਤਾਂ ਰੋਗਾਂ ਦੀ ਖਾਣ ਹੈ ਸਾਧ ਸੰਗਤ ਜੀ। ਕਦੀ ਇਹ ਬੱਚਾ ਹੁੰਦਾ, ਕਦੀ ਜਵਾਨ ਹੁੰਦਾ, ਕਦੀ ਬੁੱਢਾ ਹੁੰਦਾ, ਕਦੀ ਬਿਮਾਰ ਹੁੰਦਾ। ਇਹ ਤਾਂ ਖਤਮ ਹੋ ਜਾਂਦਾ ਹੈ। ਇਹ ਸਰੀਰ ਨਾ ਸਮਝੋ ਆਪਣੇ ਆਪ ਨੂੰ ਵੀਰ ਜੀ। ਮਨ ਇੰਦਰੀਆ ਸੰਬੰਧ ਜੇ ਹੋਣਾ। ਇਹ ਮਨ ਦਾ ਤੇ ਇੰਦਰੀਆਂ ਦਾ ਜੋ ਸੰਬੰਧ ਹੁੰਦਾ ਹੈ, ਮਨ ਇੰਦਰੀਆਂ ਦੁਆਰਾ ਬਾਹਰ ਮੁਖੀ ਹੁੰਦਾ। ਅੱਖਾਂ ਦੁਆਰਾ ਇਹ ਰੂਪ ਨੂੰ ਵੇਖਦਾ ਹੈ, ਕੰਨਾਂ ਦੁਆਰਾ ਇਹ ਆਵਾਜ਼ ਨੂੰ ਸੁਣਦਾ ਹੈ, ਨੱਕ ਦੁਆਰਾ ਇਹ ਵਾਸ਼ਨਾ ਨੂੰ ਗ੍ਰਹਿਣ ਕਰਦਾ ਹੈ, ਜੀਭ ਦੁਆਰਾ ਮਨ ਮਿੱਠੇ ਖੱਟੇ ਦਾ ਸਵਾਦ ਲੈਂਦਾ ਹੈ ਅਤੇ ਚਮੜੀ ਦੁਆਰਾ ਸਪਰਸ਼ ਨੂੰ ਗ੍ਰਹਿਣ ਕਰਦਾ ਹੈ। ਇਹ ਬੰਧਨ ਜਾਣੋ ਦੁਖ ਜੋਨਾ। ਇਹੀ ਸਾਰੇ ਬੰਧਨ ਨੇ, ਦੁੱਖਾਂ ਦਾ ਕਾਰਨ ਨੇ। ਇਹਦੇ 'ਚ ਜੇ ਸੁੱਖ ਹੈ ਤੇ ਦੁੱਖ ਵੀ ਲੁਕਿਆ ਹੋਇਆ ਹੈ। ਮਨ ਠਹਿਰਾਵ ਹੋ ਹਿਰਦੈ ਵਿਚਾਰ। ਹੇ ਪੀਰ ਜੀ, ਆਪਣਾ ਮਨ ਆਪਣੇ ਅੰਤਰਮੁਖੀ ਕਰ ਲਓ। ਅੰਦਰ ਜੋਤ ਹੈ ਅਕਾਲ ਪੁਰਖ ਦੀ, ਉਹਦਾ ਧਿਆਨ ਕਰਿਆ ਕਰੋ। ਨਹਿ ਸੰਬੰਧ ਇੰਦਰੀਆ ਸੰਗ ਧਾਰ। ਇੰਦਰੀਆਂ ਨਾਲ ਸੰਬੰਧ ਨਾ ਕਰੋ। ਇੰਦਰੀਆਂ ਤੋਂ ਵੱਖਰਾ ਜੋ ਹੈ ਅਕਾਲ ਪੁਰਖ ਦਾ ਸਰੂਪ ਅੰਦਰ ਬੈਠਾ ਹੋਇਆ, ਉਹਦੇ ਨਾਲ ਸੰਬੰਧ ਬਣਾਓ। ਕੂਰਮ ਸਮ ਇਕੱਠੋ ਹੋਏ ਰਹਾ। ਜਿਵੇਂ ਕਛੂ ਕੁਮਾ ਆਪਣੇ ਹੱਥ ਪੈਰ, ਆਪਣਾ ਸਿਰ ਮੁੰਡੀ ਇਕੱਠਾ ਕਰਕੇ ਅੰਦਰ ਲੁਕੋ ਲੈਂਦਾ ਹੈ। ਨਹੀਂ ਉਥਤ ਇੰਦਰੀਆ ਸੰਗ ਲਹਾ। ਇਦਾਂ ਹੀ ਆਪਣੀਆਂ ਸਾਰੀਆਂ ਇੰਦਰੀਆਂ ਨੂੰ, ਆਪਣੀਆਂ ਅੱਖਾਂ, ਕੰਨ, ਨੱਕ, ਚਮੜੀ ਆਦਿਕ ਨੂੰ ਸੰਕੋਚ ਕੇ ਰੱਖੋ। ਤਿਸ ਕੋ ਮੁਕਤ ਰੂਪ ਪਹਿਚਾਨ। ਸੋ ਜਿਹੜਾ ਇਦਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰ ਲੈਂਦਾ, ਉਹ ਮੁਕਤ ਹੋ ਜਾਂਦਾ ਪੀਰ ਜੀ। ਇਹ ਤੋਂ ਭੇਦ ਲਖ ਸਦ ਹੋ ਧਿਆਨ। ਇਦਾਂ ਧਿਆਨ ਕਰੋ। ਸੋ ਮਹਾਰਾਜ ਸਾਹਿਬ ਜੀ ਨੇ ਪੀਰ ਬੁੱਢਣ ਸ਼ਾਹ ਜੀ ਨੂੰ ਕਿਰਪਾ ਕੀਤੀ ਹੈ। ਉਹਨਾਂ ਨੂੰ ਸਾਧ ਸੰਗਤ ਜੀ ਧਿਆਨ ਲਾਉਣ ਦੀ ਜੁਗਤੀ ਦੱਸੀ ਗੁਰੂ ਨਾਨਕ ਦੇਵ ਜੀ। ਅਸਲੀ ਧਿਆਨ ਕਿਹਦਾ ਕਰਨਾ? ਆਤਮ ਧਿਆਨ ਧਾਰਨਾ ਹੈ। ਸਹਿਜ ਕੀਰਤੀ ਸ਼ਲੋਕਾਂ 'ਚ ਵੀ ਆਉਂਦਾ ਨਾ, ਆਤਮ ਧਿਆਨ ਧਾਰਨਾ। ਆਪਣੇ ਸਰੂਪ ਦਾ ਅੰਦਰ ਜਿਹੜਾ ਵਾਹਿਗੁਰੂ ਪਰਮੇਸ਼ਰ ਬੈਠਾ ਹੋਇਆ, ਉਹਦਾ ਧਿਆਨ ਕਰਨਾ। ਤੋ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਇ ਦਿਖਾਇਆ ਥਾ। ਅਨਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਤਹੂੰ ਜਾਇਆ ਥਾ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ। ਸੋ ਇਸ ਪ੍ਰਕਾਰ ਨਾਲ ਮਹਾਰਾਜ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੀਰ ਬੁੱਢਣ ਸ਼ਾਹ ਤੇ ਕਿਰਪਾ ਕੀਤੀ ਸੀ। ਗੁਰੂ ਹਰਗੋਬਿੰਦ ਸਾਹਿਬ ਇਤਿਹਾਸ ਆਪਣੇ ਪੁੱਤਰ ਨੂੰ ਸੁਣਾ ਕੇ ਉੱਥੇ ਭੇਜਣਗੇ। ਉਹ ਕਥਾ ਕੀਰਤਪੁਰ ਸਾਹਿਬ ਦੀ ਵੀ ਆਵੇਗੀ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,